ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨੇਕ ਰੂਪ ਤਰ ਪ੍ਰਗਟਿਆ, ਹੈ ਏਕ ਅਕੇਲਾ। ਵਾਹੂ ਵਾਹੂ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਕਲਿਆਣ ਪਾਤਸ਼ਾਹੀ ਦਸਵੀਂ। ਬਿਨ ਕਰ ਤਾਰ ਨ ਕੀਰਤਮ ਮਾਨੋ, ਆਦ ਆਜੋ ਨ ਅਜੈ ਅਬਨਾਸੀ। ਤੇਹ ਪਰਮੇਸ਼ਰ ਜਾਨੋ, ਬਿਨ ਕਰ ਤਾਰ ਨ ਕੀਰਤਮ ਮਾਨੋ। ਆਦ ਆਜੋ ਨ ਅਜੈ ਅਬਨਾਸੀ। ਤੇਹ ਪਰਮੇਸ਼ਰ ਜਾਨੋ। ਰਹਾਉ ਕਹਾਂ ਪਇਓ ਜੋ ਆਨ ਜਗਤ ਮੈਂ, ਦਸਕ ਅਸੁਰ ਹਰ ਕਾਏ। ਅਧਿਕ ਪਰਪੰਚ ਦਿਖਾਏ ਸਭਨ ਕਹਿ, ਆਪਹਿ ਬ੍ਰਹਮ ਕਹਾਏ। ਭੰਜਨ ਗੜਨ ਸਮਰਾਥੀ ਸਦਾ ਪ੍ਰਭ, ਸੋ ਕਿਮ ਜਾਤ ਗਿਨਾਇਓ। ਤਾਤੇ ਸਰਬ ਕਾਲ ਕੇ ਅਸਿਕੋ, ਕਾਏ ਬਚਾਏ ਨ ਆਇਓ। ਕੈਸੇ ਤੁਹੇ ਤਾਰ ਹੈ ਸੁਨ ਜੜ, ਆਪ ਡੁਬਿਓ ਭਵ ਸਾਗਰ। ਛੁਟਹੁ ਕਾਲ ਫਾਸਤੇ ਤਬਹੀ, ਗਹੁ ਸਰਨ ਜਗਤਾਗਰ। ਕੈਸੇ ਤੁਹੇ ਤਾਰ ਹੈ ਸੁਨ ਜੜ, ਆਪ ਡੁਬਿਓ ਭਵ ਸਾਗਰ। ਛੁਟਹੁ ਕਾਲ ਫਾਸਤੇ ਤਬਹੀ, ਗਹੁ ਸਰਨ ਜਗਤਾਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਹੁ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਉ, ਗੁਰ ਹਿਰਦੈ ਧਿਆਵਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਉ। ਸ਼੍ਰੀ ਅਰਜਨ ਬਿਘ ਨਾਨਕੇ, ਨਾਸ਼ਕ ਬਿਘ ਨਾਨਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ, ਕਾਰ ਜੋਰੀ ਨਾਮੋ, ਕਾਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਉ ਬਹੋਰੀ।
ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਧ, ਬੰਦਾਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜਿਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦਿ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਟੁੱਟੇ ਜੋਧਾ ਜਾਮ ਦਵੈ, ਸਿਰ ਅਰ ਜਨ ਢਿਗ ਆਏ। ਕਰ ਬੰਧਨ ਬੈਠੇ ਤਬੈ, ਬੂਝੇ ਸਹਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਸ਼ਹਿਨਸ਼ਾਹ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਕਿਰਪਾਲੂ ਦਿਆਲੂ, 10 ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਕਰੁਣਾ ਨਿਧਾਨ, ਭਗਤ ਵਸ਼ਲ, ਪਤਿਤ ਪਾਵਨ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਸਾਹਿਬ ਦਾਤਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਪਰਮੇਸ਼ਰ ਜੀ ਦੀ ਪਾਵਨ ਨਿੱਘੀ ਗੋਦ ਅੰਦਰ, ਸ਼ਹਿਨਸ਼ਾਹ, ਬਾਦਸ਼ਾਹ ਦਰਵੇਸ਼, ਕਲਗੀਧਰ, ਚੋਜੀ ਪ੍ਰੀਤਮ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹਨਾਂ ਪਾਵਨ ਪ੍ਰਗਟ ਅਸਥਾਨ, ਪੰਥ ਦੇ ਮਹਾਨ ਅਸਥਾਨ, ਤਖਤ ਸ਼੍ਰੀ ਹਰਿਮੰਦਰ ਜੀ, ਸ਼੍ਰੀ ਪਟਨਾ ਸਾਹਿਬ ਦੀ ਇਸ ਪਾਕ ਪਵਿੱਤਰ ਇਲਾਹੀ ਧਰਤੀ ਤੇ ਗੁਰੂ ਕੀ ਪਾਵਨ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ। ਆਓ ਦਾਤੇ ਨੇ ਤਰਸ ਕੀਤਾ ਹੈ, ਸੁਭਾਗ ਬਖਸ਼ਿਆ, ਜ਼ਿੰਦਗੀਆਂ ਬਖਸ਼ਿਸ਼ ਕੀਤੀਆਂ ਨੇ। ਚੱਲਦੀ ਹੋਈ ਇਹ ਸਾਹਾਂ ਦੀ ਡੋਰ, ਚੱਲਦੀ ਹੋਈ ਇਹ ਸਾਹਾਂ ਦੀ ਲੜੀ ਨੂੰ ਬਰਕਰਾਰ ਰੱਖਿਆ ਹੈ। ਸੰਸਾਰ ਦੇ ਉੱਤੇ ਇਸੇ ਤਰ੍ਹਾਂ ਚੱਲਦੇ ਹੋਏ ਦ੍ਰਿਸ਼ਟਮਾਨ ਸੰਸਾਰ ਨੂੰ ਤੱਕਦਿਆਂ ਜ਼ਿੰਦਗੀਆਂ ਨੂੰ ਬਰਕਰਾਰ ਰੱਖਿਆ ਹੈ ਕਿ ਮਾਲਕ ਦੀ ਗੋਦ ਅੰਦਰ ਬੈਠੇ ਹਾਂ। ਸੋ ਆਓ ਲੜੀਵਾਰ ਗੁਰ ਇਤਿਹਾਸ ਜੋ ਕਈ ਰੋਜ਼ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਿੱਖ ਆ ਰਹੇ ਨੇ, ਹਰ ਸਿੱਖ ਦੇ ਅੰਦਰ ਦੀ ਅਧਿਆਤਮਿਕਤਾ ਦਾ ਪ੍ਰਸ਼ਨ ਹੈ। ਹਰ ਸਿੱਖ ਦੀ ਆਪੋ ਆਪਣੀ ਅਵਸਥਾ ਹੈ, ਹਰ ਸਿੱਖ ਦੀ ਆਪਣੀ ਆਪਣੀ ਬਾਹਰੀ ਤੇ ਅੰਦਰਲੇ ਜੀਵਨ ਦੀ ਖੇਡ ਹੈ। ਸੋ ਇਸੇ ਤਰ੍ਹਾਂ ਕੱਲ੍ਹ ਦੇ ਪ੍ਰਸੰਗ ਸਰਵਨ ਕੀਤੇ ਨੇ। ਲਾਹੌਰ ਤੋਂ 4 ਸਿੱਖ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆ ਰਹੇ ਨੇ। ਮਸੰਦ ਨੇ ਗੁਰੂ ਕੀ ਕਾਰ ਭੇਟਾ ਇਕੱਤਰਿਤ ਕਰਦੇ ਨੇ, ਪਰ ਅੰਦਰ ਇਮਾਨਦਾਰੀ, ਅੰਦਰ ਦਾ ਧਰਮ ਜਿਹੜਾ ਹੈ ਉਹ ਬਰਕਰਾਰ ਰੱਖਿਆ, ਕਿਉਂਕਿ ਗਰੀਬੀ ਦੇ ਵਿੱਚ ਧਨ ਨਜ਼ਰ ਆਵੇ ਤੇ ਮਨੁੱਖ ਦਾ ਮਨ ਨਾ ਡੋਲੇ,
ਉੱਥੇ ਜਾ ਕਰ ਕੇ ਮਨੁੱਖੀ ਮਨ ਦਾ ਸਭ ਤੋਂ ਵੱਡਾ ਇਮਤਿਹਾਨ ਹੈ। ਇੰਜ ਕਹਿ ਦਈਏ ਕਿ ਬਹੁਤ ਵੱਡੀ ਕੋਈ ਪ੍ਰਾਪਤੀ ਹੁੰਦੀ ਹੋਵੇ ਤੇ ਮਨੁੱਖ ਆਪਣੇ ਸਬਰ ਤੇ ਸੰਤੋਖ ਨੂੰ ਕਾਇਮ ਰੱਖੇ ਤਾਂ ਉਹਨੂੰ ਮਨੁੱਖ ਕਹਿਣ ਦਾ ਅਧਿਕਾਰ ਹੈ। ਬਹੁਤ ਵੱਡੀ ਪਦਵੀ ਪ੍ਰਾਪਤ ਹੁੰਦੀ ਹੋਵੇ ਪਰ ਆਪਣੀ ਜ਼ਮੀਰ ਮਾਰ ਕੇ ਪ੍ਰਾਪਤ ਹੁੰਦੀ ਹੋਵੇ, ਮਨੁੱਖ ਆਪਣੀ ਜ਼ਮੀਰ ਨੂੰ ਬਰਕਰਾਰ ਰੱਖੇ, ਉਹਦੀ ਮਨੁੱਖਤਾ ਉਹਨੂੰ ਸਲਾਮ ਹੈ। ਸੋ ਇਸੇ ਤਰ੍ਹਾਂ ਦੇ ਇਹ ਚਾਰ ਭਲੇ ਪੁਰਖ ਨੇ। ਇਮਾਨਦਾਰੀ ਇਹਨਾਂ ਦੇ ਅੰਦਰ, ਗੁਰੂ ਕੀ ਮਾਇਆ ਦਾ ਇੱਕ ਇੱਕ ਰੁਪਈਆ ਗੁਰੂ ਕੀ ਇਮਾਨਤ ਜਾ ਕੇ ਸੰਭਾਲਦੇ ਹਨ। ਸੋ ਰਾਹ ਵਿੱਚ ਆਉਂਦਿਆਂ ਸੱਪ ਨਜ਼ਰੀ ਪਿਆ, 2 ਵਾਰ ਆਪਣਾ ਸਾਧਨ ਜਿਹੜਾ ਇੱਧਰ ਉੱਧਰ ਕੀਤਾ ਪਰ ਉਹਨੇ ਰਾਹ ਨਹੀਂ ਬਦਲਿਆ, ਉਹ ਰਾਹ ਦੇ ਵਿੱਚੋਂ ਨਹੀਂ ਹਟਿਆ। ਬੜੇ ਪਿਆਰ ਸਹਿਤ ਬੇਨਤੀ ਕੀਤੀ ਕਿ ਇਹ ਭਲੇ ਪੁਰਖ, ਉਸ ਸੱਪ ਨੂੰ ਵੀ ਗੁਰੂ ਕਾ ਸਿੱਖ ਬੜੇ ਪਿਆਰ ਨਾਲ ਸੰਬੋਧਨ ਕਰਕੇ ਕਹਿੰਦਾ ਹੈ, ਜੇ ਤੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਦੀਦਾਰ ਕਰਨ ਜਾਣਾ ਹੈ, ਇਸ ਘੜੇ ਦੇ ਵਿੱਚ ਪ੍ਰਵੇਸ਼ ਕਰ, ਅਸੀਂ ਲਿਜਾ ਸਕਦੇ ਹਾਂ। ਸੋ ਘੜੇ ਵਿੱਚ ਪਾ ਕੇ ਗੁਰੂ ਅਰਜਨ ਦੇਵ ਮਹਾਰਾਜ ਕੋਲ ਗਏ ਨੇ। ਸਾਹਿਬ ਜੀ ਨੇ ਆਏ ਹੋਏ ਸੇਵਾਦਾਰ ਨੂੰ ਕਿਹਾ, 5 ਸਿੱਖਾਂ ਦਾ ਪ੍ਰਸ਼ਾਦਾ ਤਿਆਰ ਕਰ। ਦੇਖ ਕੇ ਹੈਰਾਨ ਹੋਏ, ਮਹਾਰਾਜ ਅਸੀਂ 4 ਹਾਂ। ਤਾਂ ਸਾਹਿਬ ਕਹਿੰਦੇ ਨੇ ਜਿਹੜਾ ਘੜੇ 'ਚ ਹੈ ਵੀ 5ਵਾਂ ਸਿੱਖ ਹੀ ਹੈ। ਸਮਾਂ ਐਸਾ ਸੀ, ਮਾਇਆ ਦੇਖ ਕਰਕੇ ਡੋਲ ਗਿਆ। ਸਮਾਂ ਐਸਾ ਸੀ, ਗੁਰੂ ਤੋਂ ਬੇਮੁਖ ਹੋ ਗਿਆ, ਪਰ ਆ ਗਿਆ, ਹੁਣ ਅਸੀਂ ਬਖਸ਼ ਦੇਵਾਂਗੇ। ਸੋ ਇਸੇ ਤਰ੍ਹਾਂ ਕੁਝ ਹੋਰ ਬ੍ਰਾਹਮਣ ਆਏ, ਸਿੱਖੀ ਧਾਰਨ ਕਰਦੇ ਨੇ ਤੇ ਉਹਨਾਂ ਦਾ ਵੀ ਸਵਾਲ ਸੀ, ਮਹਾਰਾਜ ਜਾਤੀ ਤੌਰ ਤੇ ਅਸੀਂ ਹਿੰਦੂ ਪਰਿਵਾਰਾਂ ਨਾਲ ਸੰਬੰਧ ਰੱਖਦੇ, ਸਾਨੂੰ ਵੱਡੇ ਬ੍ਰਾਹਮਣ ਜਿਹੜੇ ਹਨ, ਪੰਡਿਤ ਜਿਹੜੇ ਆਪਣੀ ਪੰਗਤ 'ਚ ਨਹੀਂ ਬਹਿਣ ਦਿੰਦੇ, ਉਹ ਕਹਿੰਦੇ ਤੁਸੀਂ ਸਿੱਖੀ ਧਾਰਨ ਕਰ ਲਈ, ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਕੋਲ ਜਾਣ ਲੱਗ ਗਏ ਹੋ, ਤੁਸੀਂ ਗਾਇਤਰੀ ਮੰਤਰ ਛੱਡ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਗਏ ਹੋ, ਤੁਸੀਂ ਹਰਿਦੁਆਰ ਆਦਿਕ ਤੀਰਥ ਛੱਡ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਇਸ਼ਨਾਨ ਕਰਨ ਲੱਗ ਪਏ ਹੋ। ਸੋ ਇਹ ਸਾਰੇ ਸਿੱਖੀ ਧਰਮ ਦੇ ਜਿਹੜੇ ਕਾਇਦੇ ਕਾਨੂੰਨ ਤੁਸੀਂ ਪਾਲਣ ਲੱਗ ਪਏ ਹੋ, ਤੁਸੀਂ ਭ੍ਰਿਸ਼ਟ ਹੋ ਗਏ ਹੋ, ਤੁਸੀਂ ਸਾਡੀ ਪੰਗਤ ਵਿੱਚ ਬਹਿਣ ਦੇ ਅਧਿਕਾਰੀ ਨਹੀਂ ਹੋ। ਸੋ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਨੂੰ ਵੀ ਕੱਲ੍ਹ ਸਮਝਾਇਆ ਕਿ ਇਹ ਜਾਤੀ ਅਭਿਮਾਨ ਬਹੁਤ ਮਾੜਾ ਹੈ। ਗੁਰੂ ਕਾ ਸਿੱਖ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਇੱਕ ਚੱਕਰਵਰਤੀ ਰਾਜਾ ਸਾਰੀ ਸ੍ਰਿਸ਼ਟੀ ਨੂੰ ਜਦੋਂ ਜਿੱਤ ਲੈਂਦਾ ਫਿਰ ਉਹ ਕਿਸੇ ਛੋਟੇ ਜਿਹੇ ਪਿੰਡ ਨੂੰ ਜਿੱਤਣ ਦੀ ਖਵਾਇਸ਼ ਨਹੀਂ ਰੱਖਦਾ। ਗੁਰੂ ਕਾ ਸਿੱਖ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ। ਉਹ ਇਹਨਾਂ ਤੁੱਛ ਜੀਆਂ ਬਾਤਾਂ ਦੀ ਕਦੀ ਮਨ ਦੇ ਵਿੱਚ ਕੋਈ ਅਹਿਮੀਅਤ ਨਹੀਂ ਰੱਖਦਾ, ਕੋਈ ਸੰਕਲਪ, ਕੋਈ ਫੁਰਨਾ ਨਹੀਂ ਰੱਖਦਾ। ਤੁਸੀਂ ਸਿੱਖੀ ਧਾਰਨ ਕੀਤੀ ਹੈ, ਤੁਸੀਂ ਸ੍ਰੇਸ਼ਟ ਹੋ, ਅਕਾਲ ਪੁਰਖ ਦੇ ਦਰ ਘਰ ਤੁਸੀਂ ਪ੍ਰਵਾਨ ਹੋ, ਤੁਸੀਂ ਸਵਰਗ ਤੇ ਨਰਕ ਦੀ ਖੇਡ ਤੋਂ ਪਰੇ ਹੋ। ਸੋ ਇੰਜ ਸਾਹਿਬ ਜੀ ਨੇ ਕੱਲ੍ਹ ਸਿੱਖਾਂ ਨੂੰ ਉਪਦੇਸ਼ ਬਖਸ਼ਿਆ। ਆਓ ਅੱਜ ਜਿਹੜੇ ਸਿੱਖ ਆ ਕੇ ਸਾਹਿਬ ਅੱਗੇ ਅਰਦਾਸ ਕਰਦੇ ਨੇ ਉਹਨਾਂ ਦੀ ਪਾਵਨ ਜੀਵਨ ਗਾਥਾ ਪ੍ਰਾਰੰਭ ਕਰੀਏ। ਜਿਤਨੇ ਜੁੜ ਬੈਠੇ ਹਾਂ ਮਾਲਕ ਅੱਗੇ ਅਰਦਾਸ ਕਰੋ, ਦਾਤਾ ਜੀ ਕਲਯੁਗੀ ਜੀਵ ਹਾਂ, ਰਹਿਮਤ ਦੇ ਘਰ ਵਿੱਚ ਆਇਓ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦੇ ਕੇ ਆਪਣੇ ਪਾਵਨ ਇਤਿਹਾਸ ਨੂੰ ਕਹਿਣ ਸੁਣਨ ਦੀ ਸੋਝੀ ਸਮਰੱਥਾ ਦਿਓ। ਜਿਤਨੇ ਜੁੜ ਬੈਠੇ ਹੋ ਪਿਆਰ ਸਹਿਤ ਉਚਾਰਨ ਕਰੋ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਟੁੱਟੇ ਜੋਦਾ ਜਾਮ ਦਵੈ, ਸ੍ਰੀ ਅਰਜਨ ਢਿਗ ਆਏ। ਸੋ ਟੁੱਟੇ ਜੋਧਾ, ਇਹ 2 ਇਹਨਾਂ ਦੇ ਨਾਮ ਹਨ। ਬੜੇ ਭਾਰੀ ਸੂਰਮੇ ਹਨ, ਬਹੁਤ ਕਮਾਈ ਵਾਲੇ ਗੁਰੂ ਕੇ ਸਿੱਖ ਵੀ ਹਨ। ਸੋ ਇਹ 2 ਭਲੇ ਪੁਰਖ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਏ ਹਨ। ਕਰ ਬੰਧਨ ਬੈਠੇ ਤਬੈ, ਬੂਝੇ ਸਹਿਜ ਸੁਭਾਏ। ਸਾਹਿਬ ਜੀ ਨੂੰ ਨਮਸਕਾਰ ਕਰਕੇ ਬਹਿ ਗਏ ਨੇ ਤੇ ਬੂਝੇ ਬੜੇ ਸਹਿਜ ਸੁਭਾਅ ਦੇ ਨਾਲ ਸਤਿਗੁਰਾਂ ਨੂੰ ਬੂਝੇ ਪੁੱਛਣ ਲੱਗੇ ਹਨ। ਚੋਪਈ ਸ੍ਰੀ ਗੁਰ ਇਮ ਹੈ ਹੁਕਮ ਤੁਮਾਰੋ, ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਓ, ਇਸ ਤਰ੍ਹਾਂ ਆਪ ਜੀ ਦਾ ਸਾਰੇ ਸਿੱਖਾਂ ਨੂੰ ਤੇ ਸਾਰੀ ਸ੍ਰਿਸ਼ਟੀ ਨੂੰ ਆਪ ਜੀ ਦਾ ਇਹ ਹੁਕਮ ਹੈ। ਮਨ ਇਕਾਗਰ ਕਰ ਭਜਨ ਸੁਧਾਰੋ, ਕਿ ਕੋਈ ਵੀ ਭਲਾ ਪੁਰਖ ਜੋ ਭਜਨ ਬੰਦਗੀ ਕਰਦਾ ਹੈ ਉਹ ਮਨ ਇਕਾਗਰ ਕਰਕੇ ਭਜਨ ਬੰਦਗੀ ਕਰਿਆ ਕਰੇ। ਸੋ ਮਹਾਰਾਜ ਆਪ ਜੀ ਸਿੱਖਾਂ ਨੂੰ ਵੀ ਇਹ ਉਪਦੇਸ਼ ਦਿੰਦੇ ਹੋ, ਜਾਂ ਕੋਈ ਵੀ ਧਰਮ ਦਾ ਮਨੁੱਖ ਹੈ ਉਹਨੂੰ ਇੱਕ ਹੀ ਉਪਦੇਸ਼ ਹੈ ਕਿ ਮਨ ਇਕਾਗਰ ਕਰਕੇ ਭਜਨ ਬੰਦਗੀ ਕਰੋ। ਕਰ ਹਾਰੇ ਹਮ ਅਨੇਕ ਉਪਾਏ, ਪਰ ਮਹਾਰਾਜ ਜੀ ਅਸੀਂ ਬਹੁਤ ਉਪਾਅ, ਅਨੇਕਾਂ ਪ੍ਰਕਾਰ ਦੇ ਯਤਨ ਜਿਹੜੇ ਹੈ
ਉਹ ਕਰਕੇ ਥੱਕ ਗਏ ਹਾਂ, ਹਾਰ ਗਏ ਹਾਂ। ਨਹੀਂ ਇਕਾਗਰਤਾ ਮਨ ਪਾਏ। ਪਰ ਮਹਾਰਾਜ ਜੀ, ਅਸੀਂ ਮਨ ਦੀ ਜਿਹੜੀ ਇਕਾਗਰਤਾ ਹੈ ਇਹ ਪ੍ਰਾਪਤ ਨਹੀਂ ਕੀਤੀ। ਬਹੁਤ ਯਤਨ ਕਰ ਲਏ ਪਰ ਇਹ ਭੈੜਾ ਮਨ ਨਹੀਂ ਟਿਕਦਾ। ਸੁਨ ਸਤਿਗੁਰ ਕਹਿ ਉਤਰ ਤਿਨ ਕੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਦਾ ਦੁੱਖ, ਇਹਨਾਂ ਦੀ ਗਾਥਾ, ਇਹਨਾਂ ਦੇ ਅੰਦਰਲਾ ਪ੍ਰਸ਼ਨ ਸੁਣ ਕਰਕੇ ਉੱਤਰ ਦੇਵਣ ਲੱਗੇ। ਪ੍ਰਥਮ ਨ ਲਖੋ ਸੁਭਾਵ ਜੇ ਮਨ ਕੋ। ਸਭ ਕਹਿੰਦੇ ਸਾਰਿਆਂ ਤੋਂ ਪਹਿਲਾਂ ਇਹ ਕੋਸ਼ਿਸ਼ ਨਾ ਕਰੋ ਕਿ ਮਨ ਦੇ ਸੁਭਾਅ ਨੂੰ ਜਾਣੀਏ। ਅਸੀਂ ਵੀ ਅੱਜ ਸੁਭਾਵਕ ਹਰ ਮਨੁੱਖ ਇਹ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੇ ਮਨ ਨੂੰ ਟਿਕਾਉਂਦਿਆਂ ਮਨ ਦਾ ਸੁਭਾਅ ਜਾਣਾ ਕਿ ਮਨ ਚਾਹੁੰਦਾ ਕੀ ਹੈ। ਸਭ ਕਹਿੰਦੇ ਪਹਿਲਾਂ ਇਹਦਾ ਸੁਭਾਅ ਪਕੜਨ ਦੀ ਕੋਸ਼ਿਸ਼ ਨਾ ਕਰੋ। ਲਗੇ ਪਛਾਨਨ ਅਵਗਤ ਅੰਤਰ। ਪਹਿਲਾਂ ਆਪਣੇ ਅੰਦਰ ਦੀ ਹਾਲਤ ਜਿਹੜੀ ਹੈ ਉਹਨੂੰ ਪਛਾਣੋ। ਮਨ ਦਾ ਸੁਭਾਅ ਬਾਅਦ ਵਿੱਚ ਪਛਾਣੋ ਵੀ ਇਹ ਕੀ ਹੈ ਜਾਂ ਕੀ ਕਰ ਰਿਹਾ ਹੈ, ਕਿਸ ਕਾਰਨ ਨੂੰ ਲੈ ਕੇ ਕਰ ਰਿਹਾ ਹੈ। ਪਹਿਲਾਂ ਉਸ ਕਾਰਨ ਨੂੰ ਪਕੜਨਾ ਕਰੋ, ਆਪਣੇ ਅੰਦਰ ਦੀ ਹਾਲਤ ਨੂੰ ਜਾਣਨਾ ਕਰੋ। ਅੱਜ ਮਨ ਕਿਉਂ ਨਹੀਂ ਟਿਕ ਰਿਹਾ? ਮਨ ਨਹੀਂ ਟਿਕ ਰਿਹਾ ਉਹ ਗੱਲ ਬਾਅਦ ਦੀ ਹੈ। ਕਿਉਂ ਨਹੀਂ ਟਿਕ ਰਿਹਾ? ਮੈਂ ਕੀ ਐਸਾ ਕੀਤਾ ਹੈ, ਜਾਂ ਮੈਂ ਕੀ ਐਸਾ ਮਾੜਾ ਤੱਕ ਲਿਆ, ਜਾਂ ਮੈਂ ਕੀ ਐਸਾ ਮਾੜਾ ਬੋਲ ਕਿਹਾ, ਜਾਂ ਮੈਂ ਕੀ ਐਸਾ ਕਰਮ ਕਰ ਲਿਆ ਜਿਸ ਕਰਕੇ ਮਨ ਨਹੀਂ ਟਿਕ ਰਿਹਾ। ਪਹਿਲਾਂ ਅੰਦਰ ਦੀ ਹਾਲਤ ਸਮਝੋ। ਇਸੀ ਯਤਨ ਮੈਂ ਰਹੋ ਨਿਰੰਤਰ। ਤੇ ਹਾਰ ਨਾ ਮੰਨਿਓ ਕਦੀ, ਇਸ ਯਤਨ ਦੇ ਵਿੱਚ ਨਿਰੰਤਰ ਰਹੋ। ਕਿਉਂਕਿ ਨਿਰੰਤਰ ਸੁਭਾਵਕ ਚੱਲਦੇ ਜਾਈਏ। ਕਿਉਂਕਿ ਜਿੱਤ ਉਹਨਾਂ ਦੇ ਕਦਮ ਚੁੰਮਦੀ ਹੈ ਜਿਹੜੇ ਇੱਕ ਵਾਰ ਹਾਰਨ ਤੋਂ ਬਾਅਦ ਕਦੀ ਹਾਰ ਨਹੀਂ ਮੰਨਦੇ। ਕੀੜੀ ਨੂੰ ਕਦੀ ਕੰਧ ਤੇ ਚੜ੍ਹਦੀ ਵੇਖਿਓ, ਉਹ ਪਹਿਲੀ ਵਾਰ ਜੇ ਡਿੱਗ ਵੀ ਪਵੇ ਉਹ ਕਦੀ ਇਹ ਨਹੀਂ ਕਹਿੰਦੀ ਕਿ ਮੈਂ ਹੁਣ ਪਰਤ ਕੇ ਕੰਧ ਤੇ ਨਹੀਂ ਚੜ੍ਹਨਾ। ਕਦੀ ਚੱਲਦੀ ਹੋਈ ਕੀੜੀ ਦੇ ਰਾਹ ਦੇ ਵਿੱਚ ਤੁਸੀਂ ਛੋਟਾ ਜਿਹਾ ਕੁਛ ਰੱਖ ਦਿਓ ਜਾਂ ਉਂਗਲ ਖੜੀ ਕਰ ਦਿਓ, ਉਹ ਰੁਕ ਨਹੀਂ ਜਾਏਗੀ, ਰਸਤਾ ਬਦਲ ਲਏਗੀ ਪਰ ਚੱਲਣ ਦੀ ਕੋਸ਼ਿਸ਼ ਜਾਰੀ ਰੱਖੇਗੀ। ਸੋ ਇਸੇ ਤਰ੍ਹਾਂ ਮਨੁੱਖ ਦਾ ਇੱਕ ਸੁਭਾਅ ਹੋਵੇ। ਹਾਰ ਤੇ ਜਿੱਤ ਇਸ ਮਨੁੱਖੀ ਜੀਵਨ ਦਾ ਇੱਕ ਅੰਗ ਹੈ। ਪਰ ਸਭ ਕਹਿੰਦੇ ਜੇ ਮਨ ਨਹੀਂ ਟਿਕਦਾ ਤੇ ਹਾਰਨਾ ਨਹੀਂ, ਭਾਵ ਕਿ ਭਜਨ ਬੰਦਗੀ ਨਹੀਂ ਤਿਆਗਣੀ, ਨਿਰੰਤਰ ਚੱਲਦੇ ਜਾਣਾ ਹੈ। ਨਿਕਸਹਿ ਮਨ ਪੁਨ ਜਾ ਜੋ ਰਹੁ ਆਨ। ਤੇ ਜਦੋਂ ਮਨ ਨਿਕਲਦਾ ਹੈ, ਭਾਵ ਜਦੋਂ ਸਾਡੇ ਵੱਸ ਤੋਂ ਬਾਹਰ ਹੋ ਕਰਕੇ ਕਿਤੇ ਦੇਸਾਂ ਪ੍ਰਦੇਸਾਂ 'ਚ ਨਿਕਲ ਜਾਂਦਾ ਹੈ, ਪਤਾ ਹੀ ਨਹੀਂ ਇਹਦਾ ਕੋਈ ਵੀ ਇਹਨੇ ਕਿੱਥੇ ਜਾਣਾ। ਹਾਲਾਂਕਿ ਮਨੁੱਖ ਵੀ ਘਰੋਂ ਨਿਕਲਦਾ ਹੈ ਤੇ ਉਹਦਾ ਪਤਾ ਹੁੰਦਾ ਵੀ ਉਹਨੇ ਫਲਾਣੀ ਜਗ੍ਹਾ ਪਹੁੰਚਣਾ। ਮਨ ਦਾ ਕੋਈ ਪਤਾ ਨਹੀਂ ਇਹਨੇ ਨਿਕਲਣਾ ਕਦੋਂ ਤੇ ਜਾਣਾ ਕਿੱਥੇ ਹੈ। ਪਰ ਸਭ ਕਹਿੰਦੇ ਜਦੋਂ ਨਿਕਲਦਾ ਇਹਨੂੰ ਨਿਰੰਤਰ ਫਿਰ ਪਕੜ ਕੇ ਲਿਆਓ। ਕੋਈ ਗੱਲ ਨਹੀਂ ਜੇ ਦੁਬਾਰਾ ਫਿਰ ਨਿਕਲ ਜਾਂਦਾ, ਫਿਰ ਦੌੜ ਜਾਂਦਾ, ਫਿਰ ਟਿਕਣੋਂ ਹਟ ਜਾਂਦਾ, ਫਿਰ ਭਟਕ ਜਾਂਦਾ, ਫਿਰ ਦੁਬਾਰਾ ਇਹਨੂੰ ਅੰਦਰ ਲਿਆਓ, ਫਿਰ ਟਿਕਾਉਣਾ ਕਰੋ। ਪੁਨ ਪੁਨ ਰੋਕੋ ਬਨ ਸਾਵਧਾਨ। ਤੇ ਸਾਵਧਾਨ ਹੋ ਕਰਕੇ ਇਹਨੂੰ ਵਾਰ-ਵਾਰ ਰੋਕੋ। ਜਿਵੇਂ ਸੁਭਾਵਕ ਹੈ, ਇੱਕ ਛੋਟੀ ਜੀ ਦਲੀਲ, ਬੱਚਾ ਘਰ ਦੇ ਵਿੱਚੋਂ ਵਾਰ-ਵਾਰ ਬਾਹਰ ਜਾਂਦਾ ਹੈ। ਪਹਿਲੀ ਵਾਰ ਮਾਂ ਉਹਨੂੰ ਫੜ ਕੇ ਲਿਆਏਗੀ ਤਾਂ ਉਹਦਾ ਧਿਆਨ ਰੱਖੇਗੀ। ਜੇ ਉਹ ਫਿਰ ਬਾਹਰ ਚਲਾ ਜਾਂਦਾ ਫਿਰ ਜ਼ਿਆਦਾ ਸਾਵਧਾਨ ਹੋ ਜਾਂਦੀ। ਮੈਂ ਪਹਿਲਾਂ ਇੱਕ ਵਾਰ ਲੈ ਆਂਦਾ, ਫਿਰ ਭੱਜ ਗਿਆ, ਹੁਣ ਜ਼ਿਆਦਾ ਸਾਵਧਾਨ ਹੋ ਜਾਂਦੀ ਹੈ। ਤੀਜੀ ਵਾਰ ਹੋਰ ਸਾਵਧਾਨ ਹੋ ਜਾਂਦੀ। ਜਦੋਂ ਮਨ ਪਹਿਲੀ ਵਾਰ ਬਾਹਰ ਜਾਂਦਾ ਹੈ, ਭਟਕਦਾ ਹੈ, ਲਿਆਓ ਪਕੜ ਕੇ, ਹੁਣ ਸਾਵਧਾਨ ਹੋ ਜਾਓ। ਫਿਰ ਜੇ ਭਟਕਦਾ ਫਿਰ ਉਸ ਤੋਂ ਜ਼ਿਆਦਾ ਸਾਵਧਾਨ ਹੋਵੋ। ਹੌਲੀ ਹੌਲੀ ਸਾਵਧਾਨਤਾ ਜਿਹੜੀ ਹੈ ਉਹਨੂੰ ਵਧਾਉਂਦੇ ਜਾਓ। ਤੇ ਸਭ ਕਹਿੰਦੇ ਯਤਨ ਕਰਦੇ ਰਹੋ, ਟਿਕ ਜਾਇਆ ਕਰੇਗਾ। ਸਹਿਜ ਸੁਭਾਇਕ ਥਿਰਤਾ ਹੋਏ। ਇਸ ਤਰ੍ਹਾਂ ਸਹਿਜ ਸੁਭਾਇਕ ਹੀ ਇਹ ਯਤਨ ਕਰਦੇ ਰਹੋ ਤਾਂ ਪਤਾ ਵੀ ਨਹੀਂ ਚੱਲੇਗਾ ਕਦੋਂ ਮਨ ਜਿਹੜਾ ਆਪਣੇ ਆਪ ਟਿਕ ਗਿਆ ਹੈ। ਪਾਵੋ ਸ੍ਰੇ ਕਸ਼ਟ ਗਨ ਖੋਏ। ਇਸ ਤਰ੍ਹਾਂ ਤੁਸੀਂ ਸ਼੍ਰੇ ਮੁਕਤੀ ਪ੍ਰਾਪਤ ਕਰੋਗੇ ਤੇ ਸਾਰੇ ਕਸ਼ਟ ਸਮੂਹ ਰੂਪ ਦੇ ਵਿੱਚ ਖਤਮ ਕਰ ਲਵੋਗੇ। ਸੁਨ ਉਪਦੇਸ਼ ਯਤਨ ਤੇ ਮਠਾਨਾ। ਸਤਿਗੁਰਾਂ ਦਾ ਪਾਵਨ ਮੁਬਾਰਕ ਉਪਦੇਸ਼ ਸੁਣ ਕਰਕੇ ਤਿਮ ਉਸੇ ਤਰ੍ਹਾਂ ਹੀ ਉਹਨਾਂ ਨੇ ਯਤਨ ਜਿਹੜਾ ਸੀ ਆਰੰਭ ਕਰ ਦਿੱਤਾ। ਭਾਵ ਸਭ ਨੇ ਕਿਹਾ ਹਾਰ ਨਾ ਮੰਨਿਓ, ਨਿਰੰਤਰ ਉਦਮ ਜਾਰੀ ਰੱਖਿਓ। ਤਾਂ ਨਿਰੰਤਰ ਇਸ ਯਤਨ ਵਿੱਚ ਜੁਟ ਗਏ ਹਨ। ਸੋ ਪ੍ਰਾਪਤ ਹੋਏ ਕਲਿਆਣਾ। ਸੋ ਇਸ ਤਰ੍ਹਾਂ ਗੁਰੂ ਰਹਿਮਤ ਦੇ ਸਦਕਾ ਇਹਨਾਂ ਨੂੰ ਜੀਵਨ ਮੁਕਤ ਦੀ ਅਵਸਥਾ ਪ੍ਰਾਪਤ ਹੋਈ। ਮੰਜ ਕੇ ਸੰਗ ਪਿਰਾਣਾ ਆਇਓ। ਸੋ ਇਸੇ ਤਰ੍ਹਾਂ ਫਿਰ ਸਤਿਗੁਰਾਂ ਦੇ ਕੋਲ ਦੋ ਸਿੱਖ ਆਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਭਾਈ ਮੰਝ ਹੈ ਅਤੇ ਇੱਕ ਉਹਦੇ ਨਾਲ ਭਾਈ ਪਿਰਾਣਾ ਹੈ। ਭਾਈ ਮੰਝ ਪਹਿਲਾਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਇਆ ਹੈ।
ਸੋ ਅੱਜ ਭਾਈ ਪ੍ਰਾਣਾ ਵੀ ਉਹਦੇ ਨਾਲ ਹੈ। ਇੰਜ ਭਾਈ ਮੰਝ ਤੇ ਭਾਈ ਪ੍ਰਾਣਾ ਆਏ ਹਨ। ਸਤਿਗੁਰ ਆਗੈ ਸੀਸ ਨਿਵਾਇਓ। ਆ ਕਰਕੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਗੇ ਨਤਮਸਤਕ ਹੋਏ ਹਨ। ਦੇਹ ਉਪਦੇਸ਼ ਹੋਏ ਕਲਿਆਣੇ। ਬੜੇ ਪਿਆਰ ਨਾਲ ਬੇਨਤੀ ਰੂਪ ਚ ਕਹਿਣ ਲੱਗੇ, ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰੋ। ਕਿਉਂ? ਮਹਾਰਾਜ ਹੋਏ ਕਲਿਆਣੇ, ਸਾਡਾ ਕਲਯੁਗੀ ਜੀਵਾਂ ਦਾ ਕਲਿਆਣ ਹੋ ਜਾਵੇ, ਉਧਾਰ ਹੋ ਜਾਵੇ। ਸ੍ਰੀ ਮੁਖ ਤੇ ਸੁਭ ਵਾਕ ਬਖਾਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ੁਭ ਵਾਕ, ਬੜੇ ਭਲੇ ਬਚਨ ਜਦੋਂ ਇਹਨਾਂ ਬੇਨਤੀ ਕੀਤੀ, ਮਹਾਰਾਜ ਉਪਦੇਸ਼ ਦਿਓ, ਤਾਂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਹਿਣ ਲੱਗੇ, ਸਰਵਰ ਕੇ ਮੁਰੀਦ ਤੁਮ ਦੋ। ਕਿ ਭਾਈ ਤੁਸੀਂ ਦੋਵੇਂ ਹੀ ਸਖੀ ਸਰਵਰ ਦੇ ਬਹੁਤ ਭਾਰੀ ਮੁਰੀਦ ਹੋ, ਬੜੇ ਪੱਕੇ ਉਹਦੇ ਉਪਾਸ਼ਕ ਚੇਲੇ ਹੋ। ਸਿੱਖੀ ਕਠਨ ਕਮਾਏ ਨ ਸੋ। ਤੇ ਸਿੱਖੀ ਬੜੀ ਕਠਨ ਹੈ। ਕਦੀ ਭਾਈ ਮੰਝ ਨੂੰ ਵੀ ਇਹ ਬਚਨ ਕਹੇ ਸੀ, ਭਲਿਆ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ ਹੁੰਦੀ। ਤੇ ਉਹਨੇ ਕਿਹਾ ਸੀ, ਮਹਾਰਾਜ ਕਿਵੇਂ? ਸਾਹਿਬ ਕਹਿੰਦੇ, ਪਹਿਲਾਂ ਸਖੀ ਸਰਵਰ ਦਾ ਉਪਾਸ਼ਕ ਹੈ, ਉਹਦੀ ਸਿੱਖੀ ਦੇ ਉੱਤੇ ਸਾਡੀ ਸਿੱਖੀ ਟਿਕਾਉਣਾ ਚਾਹੁੰਦਾ, ਨਹੀਂ ਟਿਕੇਗੀ। ਸੋ ਇਸੇ ਤਰ੍ਹਾਂ ਸਾਹਿਬ ਅੱਜ ਕਹਿੰਦੇ, ਤੁਸੀਂ ਦੋਨੋਂ ਉਪਾਸ਼ਕ ਹੋ ਸਖੀ ਸਰਵਰ ਦੇ, ਇਸ ਤਰ੍ਹਾਂ ਤੁਸੀਂ ਉਪਦੇਸ਼ ਨਹੀਂ ਕਮਾ ਸਕੋਗੇ। ਕਹਿਣ ਲਗੇ ਤੁਮ ਦਰਸ਼ਨ ਪਇਓ। ਤੇ ਕਹਿਣ ਲੱਗੇ, ਮਹਾਰਾਜ ਜੀ ਅਸੀਂ ਜਦੋਂ ਆਏ ਆ ਨਾ, ਜਿਵੇਂ ਹੀ ਦੂਰੋਂ ਤੁਹਾਡੇ ਦਰਸ਼ਨ ਹੋਏ, ਫਿਰ ਜਿਵੇਂ ਤੁਹਾਡੀ ਹਜ਼ੂਰੀ ਪਹੁੰਚੇ, ਤੁਹਾਡੇ ਚਰਨਾਂ ਦੀ ਛੋਹ ਮਿਲੀ, ਆਪ ਜੀ ਦੇ ਮੁਬਾਰਕ ਦਰਸ਼ਨ ਪ੍ਰਾਪਤ ਹੋਏ, ਤਬ ਤੇ ਹਮਰੋ ਮਨ ਫਿਰ ਗਇਓ। ਮਹਾਰਾਜ ਉਸੇ ਵੇਲੇ ਹੀ ਸਾਡਾ ਮਨ ਜਿਹੜਾ ਉਹ ਫਿਰ ਗਿਆ। ਮਨ ਨੇ ਉਸੇ ਵੇਲੇ ਪਲਟਾ ਖਾ ਲਿਆ। ਤੁਹਾਡੇ ਦੀਦਾਰ ਕਰਕੇ ਜ਼ਿੰਦਗੀ ਜੀਵਨ ਚ ਬਦਲਾਵ ਆਇਆ ਹੈ। ਹਿੰਦੂ ਜਨਮ ਹਮ ਤੁਰਕ ਮਨਾਵੈ। ਸਾਨੂੰ ਸਮਝ ਆ ਗਈ ਉਸੇ ਵੇਲੇ ਹੀ ਕਿ ਹਿੰਦੂ ਜਨਮ ਹਮ ਤੁਰਕ ਮਨਾਵੈ, ਜਾਂ ਹਿੰਦੂ ਜਨਮ ਹਮ, ਦੋਨੋਂ ਪੱਖੇ ਸਹੀ ਹੈ ਕਿ ਸਾਡਾ ਹਿੰਦੂਆਂ ਦੇ ਘਰ ਵਿੱਚ ਜਨਮ ਹੈ ਤੇ ਅਸੀਂ ਤੁਰਕ ਦੀ ਪੂਜਾ ਕਰਦੇ ਹਾਂ, ਭਾਵ ਸਖੀ ਸਰਵਰ ਮੁਸਲਮਾਨ ਹੈ। ਅਸੀਂ ਹਿੰਦੂ ਘਰ ਵਿੱਚ ਜਨਮ ਲੈ ਕੇ ਤੇ ਅਸੀਂ ਇੱਕ ਤੁਰਕ ਦੇ ਉਪਾਸ਼ਕ ਹੋ ਗਏ ਹਾਂ। ਗਇਓ ਧਰਮ ਪਰਲੋਕ ਗਵਾਵੈ। ਸਾਡਾ ਇਸ ਲੋਕ ਦੇ ਵਿੱਚ ਧਰਮ ਤੇ ਗਿਆ ਹੀ ਗਿਆ ਹੈ ਤੇ ਅਸੀਂ ਆਪਦਾ ਪਰਲੋਕ ਵੀ ਗਵਾ ਰਹੇ ਹਾਂ, ਇਹ ਸਮਝ ਆ ਗਈ ਹੈ। ਸੁਨ ਗੁਰ ਕਹਿਓ ਜਹੋ ਨਿਜ ਧਾਮ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਇੰਜ ਕਰੋ, ਆਪਣੇ ਘਰੇ ਵਾਪਸ ਚਲੇ ਜਾਓ ਤੇ ਜਾ ਕਰਕੇ ਇੱਕ ਕੰਮ ਕਰਿਓ। ਪ੍ਰਥਮ ਟਾਹੋ ਸੁਲਤਾਨ ਮੁਕਾਮ। ਪਹਿਲਾਂ ਜਾ ਕਰਕੇ ਜਿਹੜੀ ਉਹਦੀ ਜਗ੍ਹਾ ਬਣਾਈ ਹੈ ਨਾ ਸਖੀ ਸਰਵਰ ਦੀ, ਢਾਹੋ, ਉਹਨੂੰ ਜਾ ਕਰਕੇ ਢਾਉਣਾ ਕਰੋ। ਪੁਨ ਆਭੋ ਹਮ ਸਿੱਖ ਬਣਾਵੈ। ਫਿਰ ਸਾਡੇ ਕੋਲ ਆਇਓ। ਇਹ ਤੁਹਾਡੀ ਪਹਿਲੀ ਪਰਖ ਹੈ ਵੀ ਤੁਸੀਂ ਇੰਜ ਕਰ ਸਕਦੇ ਹੋ ਕਿ ਨਹੀਂ। ਜੇ ਕਰ ਲਓਗੇ, ਬੜੀ ਖੁਸ਼ੀ ਨਾਲ ਕਰ ਲਓਗੇ, ਤਾਂ ਸਾਡੇ ਕੋਲ ਆਇਓ, ਫਿਰ ਅਸੀਂ ਤੁਹਾਨੂੰ ਆਪਣੀ ਸਿੱਖੀ ਬਖਸ਼ਾਂਗੇ, ਉਪਦੇਸ਼ ਦਵਾਂਗੇ। ਸੁਭ ਆਪਣਾ ਉਪਦੇਸ਼ ਬਤਾਵੈ। ਫਿਰ ਜੋ ਗੁਰੂ ਨਾਨਕ ਦੇ ਘਰ ਦਾ ਸ਼ੁਭ ਉਪਦੇਸ਼ ਹੈ, ਅਕਾਲ ਪੁਰਖ ਪਰਮੇਸ਼ਰ ਦੇ ਘਰ ਦੀਆਂ ਬਖਸ਼ਿਸ਼ਾਂ ਨੇ ਗੁਰ ਸ਼ਬਦ ਦੀਆਂ, ਉਹ ਅਸੀਂ ਤੁਹਾਨੂੰ ਦੱਸਾਂਗੇ, ਉਸ ਰਾਹੇ ਪਾਵਾਂਗੇ। ਸੁਨਤ ਜਾਏ ਤਿਸ ਥਾਨ ਬਿਦਾਰਾ। ਉਸੇ ਵੇਲੇ ਸੁਨਤ ਜਾਏ, ਘਰੇ ਗਏ ਨੇ, ਤਿਸ ਥਾਨ ਬੇਦਾਰਾ। ਬੇਦਾਰਾ ਦਾ ਅਰਥ ਉਹਨੂੰ ਢਾਹ ਦਿੱਤਾ। ਤਿਸ ਥਾਨ, ਉਹ ਜਿਹੜਾ ਸਖੀ ਸਰਵਰ ਦਾ ਸਥਾਨ ਬਣਾਇਆ ਸੀ, ਉਹਦੀ ਜਿਹੜੀ ਜਗ੍ਹਾ ਬਣਾਈ ਸੀ, ਜਾ ਕਰਕੇ ਉਹਨੂੰ ਢਾਹ ਦਿੱਤਾ ਹੈ। ਗੁਰ ਟਿਕ ਆਏ ਪ੍ਰਸੰਗ ਉਚਾਰਾ। ਫੇਰ ਵਾਪਿਸ ਆਏ ਨੇ, ਕੁਝ ਸਮਾਂ ਪਾ ਕੇ, ਸਾਰੇ ਕਾਰਜ ਨੂੰ ਨਿਬੇੜ ਕੇ ਸਾਹਿਬ ਦੇ ਕੋਲ ਆਏ, ਪ੍ਰਸੰਗ ਉਦਾਰਾ। ਫਿਰ ਸਾਰਾ ਪ੍ਰਸੰਗ ਦੱਸਿਆ। ਮਹਾਰਾਜ ਅਸੀਂ ਇੰਜ ਗਏ, ਜਾ ਕੇ ਅਸੀਂ ਉਹ ਜਗ੍ਹਾ ਢਾਈ, ਬੜੇ ਲੋਕਾਂ ਨੇ ਸਾਡਾ ਵਿਰੋਧ ਕੀਤਾ, ਟੱਬਰ ਦੇ ਜੀਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਡਰਾਵੇ ਵੀ ਦਿੱਤੇ ਕਿ ਤੁਹਾਡੇ ਨਾਲ ਪੀਰ ਰੁੱਸ ਜਾਏਗਾ, ਤੁਹਾਡੇ ਨਾਲ ਆਹ ਹੋ ਜਾਏਗਾ, ਉਹ ਹੋ ਜਾਏਗਾ। ਪਰ ਮਹਾਰਾਜ ਇਹ ਸਾਰਾ ਪ੍ਰਸੰਗ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੱਸਿਆ। ਮਹਾਰਾਜ ਅਸੀਂ ਅਡੋਲ ਰਹੇ, ਅਸੀਂ ਉਹ ਜਗ੍ਹਾ ਢਾਹ ਦਿੱਤੀ ਤੇ ਹੁਣ ਆਪ ਜੀ ਦੀ ਸਿੱਖੀ ਲੈਣ ਆਏ ਹਾਂ। ਸ੍ਰੀ ਮੁਖ ਤੇ ਸੇਵਾ ਫਰਮਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਰਿਆਂ ਤੋਂ ਪਹਿਲਾਂ ਕੀ ਉਪਦੇਸ਼ ਦਿੱਤਾ ਹੈ ਵੀ ਤੁਸੀਂ ਸੰਗਤ ਦੀ ਸੇਵਾ ਕਰੋ। ਪਹਿਲਾਂ ਮੰਜ ਵਹਿਰ ਤੇ ਈਂਧਨ ਲਿਆਈ। ਕਿਹੜੀ ਸੇਵਾ? ਇਹ ਭਾਈ ਮੰਝ ਵਹਿਰ ਤੇ ਈਂਧਨ ਲਿਆਈ। ਵਹਿਰ ਭਾਵ ਬਾਹਰੋਂ ਜੰਗਲ ਦੇ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਲਿਆਵੇਗਾ। ਤੂੰ ਝੁੱਲੇ ਝੋਕਨ ਪਰ ਰਹੋ। ਤੇ ਤੂੰ ਗੁਰਮੁਖਾ ਇੰਜ ਕਰਨਾ, ਚੁੱਲ੍ਹੇ ਦੇ ਸਾਹਮਣੇ ਬਹਿ ਜਾਣਾ। ਜਿਵੇਂ ਵੱਡੇ ਚੁੱਲ੍ਹੇ ਜਿਨ੍ਹਾਂ ਦੇ ਉੱਤੇ ਤਵੀਆਂ ਰੱਖੀਆਂ, ਪ੍ਰਸ਼ਾਦੇ ਪੱਕਦੇ, ਜਿਹਨੂੰ ਚੋਰ ਸ਼ਬਦ ਵਰਤਿਆ ਜਾਂਦਾ ਮਾਲਵੇ ਦੇ ਵਿੱਚ, ਉਹਦੇ ਸਾਹਮਣੇ ਬਹਿ ਕੇ ਝੋਕੋ। ਬਾਲਣ ਝੋਕਿਆ ਜਾਂਦਾ ਸੀ। ਇੱਕ ਬੰਦਾ ਬਿਲਕੁਲ ਸਾਹਮਣੇ ਬਹਿਣਾ ਚੁਰ ਦੇ, ਉਹਨੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਕੋਈ ਕੱਖ, ਛੋਟੀਆਂ ਛੋਟੀਆਂ ਟਾਹਣੀਆਂ
ਅੱਗ ਦੇ ਵਿੱਚ ਸੁੱਟੀ ਜਾਣੀਆਂ ਤਾਂ ਕਿ ਅੱਗ ਜਿਹੜੀ ਉਹ ਨਿਰੰਤਰ ਜਾਰੀ ਰਵੇ। ਬੜੀ ਕਠਿਨ ਸੇਵਾ ਹੁੰਦੀ ਸੀ। ਠੰਡ ਦੇ ਦਿਨਾਂ ਵਿੱਚ ਤੇ ਚਲੋ ਨਿੱਘ ਮਿਲਦਾ, ਪਰ ਗਰਮੀ ਦੇ ਦਿਨਾਂ ਵਿੱਚ ਚੁਰ ਦੇ ਮੂੰਹ ਅੱਗੇ ਬਹਿ ਕੇ ਇੰਨੀ ਅੱਗ ਦਾ ਸੇਕ ਝੱਲਣਾ ਤੇ ਇਸ ਸੇਵਾ ਨੂੰ ਨਿਭਾਉਣਾ ਛੋਟਾ ਕੰਮ ਨਹੀਂ ਸੀ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਪ੍ਰਾਣਾ ਤੂੰ ਇਸ ਸੇਵਾ ਨੂੰ ਕਰਨਾ ਹੈ। ਇਹ ਸਿੱਖਣ ਕੀ ਸੇਵਾ ਲਹੋ, ਇਹ ਸਿੱਖਾਂ ਦੀ ਸੇਵਾ ਹੈ, ਗੁਰੂ ਕੀ ਸੰਗਤ ਦੀ ਸੇਵਾ ਹੈ। ਇਹ ਲਹੋ, ਇਹਨੂੰ ਪ੍ਰਾਪਤ ਕਰਨੀ ਕਰੋ, ਕਮਾਉਣੀ ਕਰੋ। ਅੰਤੈ ਕਰਣ ਸੁਧ ਹੋਏ ਜਬੈ, ਇਹਦੇ ਨਾਲ ਕੀ ਹੋਏਗਾ? ਜਿਵੇਂ ਅੱਗ ਸੋਨੇ ਨੂੰ ਸਾੜ ਕੇ ਉਹਨੂੰ ਸ਼ੁੱਧ ਕਰਦੀ ਹੈ ਨਾ, ਇਸ ਮਹਾਨ ਸੇਵਾ ਦੀ ਤਪੱਸਿਆ ਦੇ ਵਿੱਚੋਂ ਤੁਹਾਡਾ ਅੰਤःਕਰਨ ਸ਼ੁੱਧ ਹੋਏਗਾ। ਹਮ ਉਪਦੇਸੀ ਬਤਾਵਹਿ ਤਬੈ, ਉਸ ਤੋਂ ਬਾਅਦ ਆਇਓ ਫਿਰ ਅਸੀਂ ਤੁਹਾਨੂੰ ਉਪਦੇਸ਼ ਦਵਾਂਗੇ। ਨਿਤ ਗੁਰ ਸ਼ਬਦ ਸੁਨੋ ਮਨ ਲਾਏ, ਫਿਰ ਉਸ ਤੋਂ ਬਾਅਦ ਇੱਕ ਹੋਰ ਕੰਮ ਤੁਸੀਂ ਕਰਨਾ। ਦੇਖੋ ਪਹਿਲਾਂ ਸਿੱਖੀ ਕਿਵੇਂ ਪ੍ਰਾਪਤ ਹੁੰਦੀ ਸੀ। ਇੰਨੀਆਂ ਕਠਿਨ ਤਪੱਸਿਆ ਕਰਦੇ ਸਨ ਗੁਰੂ ਕੇ ਸਿੱਖ, ਮਹਾਨ ਸੇਵਾਵਾਂ ਚੋਂ ਗੁਜ਼ਰਦੇ ਸੀ, ਕਿੰਨੇ ਕਿੰਨੇ ਕਸ਼ਟ ਵੀ ਤਨ ਤੇ ਝੱਲਦੇ ਸੀ। ਕਿਉਂ? ਸਾਨੂੰ ਸਿੱਖੀ ਪ੍ਰਾਪਤ ਹੋ ਜਾਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਸੇਵਾ ਕਰਦੇ ਆ, ਉਸ ਤੋਂ ਬਾਅਦ ਜਦੋਂ ਸਮਾਂ ਮਿਲੇ, ਜਦੋਂ ਸੇਵਾ ਸੰਪੂਰਨ ਹੋ ਜਾਇਆ ਕਰੇ, ਫਿਰ ਕਥਾ ਕੀਰਤਨ ਸੁਣਨਾ, ਦੀਵਾਨ ਵਿੱਚ ਬਹਿ ਕੇ ਬੜਾ ਮਨ ਲਾ ਕੇ ਸੁਣਨਾ ਹੈ। ਸਿੱਖਣ ਝੂਠੇ ਬਾਸਨ ਜੋਏ, ਫਿਰ ਹੋਰ ਵੀ ਕੰਮ ਕਰਨਾ ਤੁਸੀਂ ਨਾਲ ਨਾਲ। ਸਿੱਖਾਂ ਦੇ ਜਿਹੜੇ ਝੂਠੇ ਬਾਸਨ, ਝੂਠੇ ਭਾਂਡੇ ਹਨ, ਕਰਹੁ ਪਖਾਰਨ ਮਾਂਜਣ ਸੋਏ, ਉਹਨਾਂ ਭਾਂਡਿਆਂ ਨੂੰ ਤੁਸੀਂ ਮਾਂਜਣਾ ਹੈ, ਧੋਣਾ ਹੈ, ਸਵਾਰਨਾ ਹੈ। ਜਿਵੇਂ ਜਿਵੇਂ ਮਨ ਦੇ ਨਾਲ ਇਕਾਗਰਤਾ ਦੇ ਨਾਲ ਸੇਵਾ ਕਰੋਗੇ, ਤੇ ਅੱਜ ਵੀ ਸਤਿਪੁਰਸ਼ਾਂ ਦਾ ਕਹਿਣਾ ਹੈ, ਜਿੰਨੇ ਪਿਆਰ ਨਾਲ ਸੰਗਤ ਦੇ ਝੂਠੇ ਭਾਂਡੇ ਮਾਂਜੋ, ਜਿੰਨੇ ਪਿਆਰ ਨਾਲ ਬਰਤਨਾਂ ਦੀ ਮੈਲ ਲਾਓ, ਉਨੀ ਮਨ ਦੀ ਮੈਲ ਲੈਂਦੀ ਹੈ। ਸੋ ਇੰਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਿੱਖਾਂ ਦੇ ਝੂਠੇ ਭਾਂਡੇ ਮਾਂਜਣੇ ਹਨ। ਸੁਨ ਕਰ ਸੇਵ ਲਗੇ ਹਰ ਖਾਏ, ਬੜੇ ਖੁਸ਼ ਹੋ ਕਰਕੇ, ਇਹ ਨਹੀਂ ਵੀ ਅਸੀਂ ਤੇ ਸਿੱਖੀ ਮੰਗੀ ਸੀ, ਸਤਿਗੁਰਾਂ ਨੇ ਕਿੱਧਰ ਜੋੜ ਦਿੱਤਾ, ਕਿਹੜੇ ਕੰਮ ਲਾ ਦਿੱਤਾ। ਬੜੇ ਖੁਸ਼ ਹੋ ਕਰਕੇ ਕਿ ਮਹਾਰਾਜ ਅਸੀਂ ਲੱਕੜਾਂ ਵੀ ਲਿਆਵਾਂਗੇ, ਅਸੀਂ ਭਾਂਡੇ ਵੀ ਮਾਂਜਾਂਗੇ, ਕੀਰਤਨ ਵੀ ਸੁਣਾਂਗੇ, ਤਵੀ ਦੇ ਕੋਲ ਚੁਰ ਦੇ ਸਾਹਮਣੇ ਬਹਿ ਕਰਕੇ ਬਾਲਣ ਝੋਕਣ ਦੀ ਸੇਵਾ ਵੀ ਕਰਾਂਗੇ। ਚਿਰੰਕਾਲ ਗੁਰ ਸੰਗਤ ਪਾਏ, ਇਸ ਤਰ੍ਹਾਂ ਇੱਕ ਨਹੀਂ, 2-4 ਦਿਨ ਨਹੀਂ, ਬਹੁਤ ਲੰਬੇਰਾ ਸਮਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸੰਗਤ ਵਿੱਚ ਰਹੇ, ਤੇ ਜਿਵੇਂ ਜਿਵੇਂ ਸਤਿਗੁਰਾਂ ਨੇ ਕਿਹਾ ਇਹ ਸਾਰੀ ਸੇਵਾ ਕਮਾਉਂਦੇ ਰਹੇ। ਭਇਓ ਪਿਰਾਣਾ ਸਿੱਧ ਵਿਸਾਲਾ, ਤੇ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਫਿਰ ਸੇਵਾ ਕਰਦਿਆਂ ਕਰਦਿਆਂ ਭਾਈ ਪ੍ਰਾਣਾ ਇੰਨੀ ਉੱਚੀ ਅਵਸਥਾ ਤੇ ਪਹੁੰਚ ਗਿਆ ਜਿਵੇਂ ਸਿੱਧ ਲੋਕ ਹਨ, ਭਾਵ ਇੱਕ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰ ਲਈ। ਬ੍ਰਹਮ ਗਿਆਨ ਲੈ ਸਦਾ ਸੁਖਾਲਾ, ਤੇ ਸਦਾ ਸੁਖ ਦੇਣ ਵਾਲੀ ਜਿਹੜੀ ਅੰਦਰ ਦੀ ਅਵਸਥਾ ਹੈ, ਜਿਹਨੂੰ ਸਹਿਬ ਬਾਣੀ ਅੰਦਰ ਬਚਨ ਕਹਿੰਦੇ, ਹਰ ਖਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਸੋ ਇਸ ਅਵਸਥਾ ਨੂੰ, ਸੁਖਦਾਇਕ ਅਵਸਥਾ ਨੂੰ ਪ੍ਰਾਪਤ ਕੀਤਾ। ਅੰਤ ਪ੍ਰਯੰਤ ਰਹਿਓ ਗੁਰ ਤੀਰ, ਇਸ ਤਰ੍ਹਾਂ ਅੰਤ ਪ੍ਰਯੰਤ ਭਾਵ ਜ਼ਿੰਦਗੀ ਦੇ ਅੰਤ ਤੱਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਰਹੇ ਹਨ। ਸੇਵੇ ਸ੍ਰੀ ਹਰਿ ਗੋਬਿੰਦ ਧੀਰ, ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਵੀ ਸੇਵਾ ਕੀਤੀ ਇਹਨਾਂ ਸਿੱਖਾਂ ਨੇ। ਕਥਾ ਮੰਝ ਕੀ ਅਪਰ ਸਥਾਨ, ਕਵੀ ਸਾਹਿਬਾਨ ਜੀ ਕਹਿੰਦੇ ਭਾਈ ਮੰਝ ਦੀ ਜੀ ਜਿਹੜੀ ਕਥਾ ਹੈ ਨਾ, ਉਹ ਅਪਰ ਸਥਾਨ ਭਾਵ ਪਿੱਛੇ ਦੂਸਰੀ ਰਾਸ਼ੀ ਦੇ ਵਿੱਚ 43 ਤੇ 44 ਅਧਿਆਏ ਦੇ ਵਿੱਚ ਆਪ ਜੀ ਨੇ ਸਰਵਣ ਕੀਤੀ ਹੈ, ਜਿੱਥੇ ਪੂਰਾ ਵਿਸਥਾਰ ਭਾਈ ਮੰਝ ਜੀ ਦਾ ਦਿੱਤਾ ਗਿਆ। ਕਿਵੇਂ ਭਾਈ ਮੰਝ ਜੀ ਆਏ, ਫਿਰ ਕਿਹੜੀ ਸੇਵਾ ਵਿੱਚ ਲਾਇਆ, ਫਿਰ 2 ਵਾਰ ਸਿੱਖ ਭੇਜ ਕੇ ਹੁਕਮਨਾਮਾ ਭੇਜਿਆ। ਪਹਿਲਾ ਸਿੱਖ ਨਗਰ ਭੇਜਿਆ, ਕਿਹਾ 21 ਰੁਪਏ ਲੈ ਕੇ ਸਾਡਾ ਹੁਕਮਨਾਮਾ ਦੇਣਾ ਹੈ। ਉਦੋਂ ਭਾਈ ਮੰਝ ਨੇ ਆਪਣੀ ਬੱਚੀ ਕਿਸੇ ਦੇ ਘਰ ਵਿੱਚ ਸੇਵਾ ਤੇ ਲਾ ਕੇ 21 ਰੁਪਏ ਲਿਆਂਦੇ। ਦੂਜੀ ਵਾਰ ਫਿਰ ਹੁਕਮਨਾਮਾ ਭੇਜਿਆ, 21 ਰੁਪਏ ਲੈ ਕੇ ਹੁਕਮਨਾਮਾ ਦੇਣਾ। ਉਦੋਂ ਭਾਈ ਮੰਝ ਨੇ ਆਪਣੀ ਧਰਮ ਪਤਨੀ ਨੂੰ ਕਿਸੇ ਦੇ ਘਰ ਦੇ ਵਿੱਚ, ਜਿਵੇਂ ਸ਼ਬਦ ਵਰਤਿਆ ਇਤਿਹਾਸ ਨੇ, ਗਹਿਣੇ ਰੱਖ ਕੇ, ਭਾਵ ਕਿ ਸੇਵਾ ਰੱਖ ਕੇ, ਜਿੰਨਾ ਚਿਰ ਇਹ ਪੈਸੇ ਦਾ ਹਿਸਾਬ ਬਰਾਬਰ ਨਹੀਂ ਹੁੰਦਾ ਤੁਹਾਡੇ ਘਰ ਦਾ ਕੰਮ ਕਰੇਗੀ। ਸੋ ਇਸ ਤਰ੍ਹਾਂ 2 ਵਾਰ ਗੁਰੂ ਕਾ ਹੁਕਮਨਾਮਾ ਪ੍ਰਾਪਤ ਕੀਤਾ ਸੀ ਭਾਈ ਮੰਝ ਨੇ। ਸਿਰ ਖੂਹ ਦੇ ਵਿੱਚ ਵੀ ਡਿੱਗੇ। ਸੋ ਇਹ ਸਾਰੀਆਂ ਗਾਥਾ ਭਾਈ ਮੰਝ ਦੀਆਂ ਕਵੀ ਜੀ ਕਹਿੰਦੇ ਅਪਰ ਸਥਾਨ ਦੂਸਰੇ ਪ੍ਰਸੰਗਾਂ ਵਿੱਚ ਸਰਵਣ ਕੀਤੀਆਂ ਹਨ। ਵਰਣਨ ਕਰੀ ਸੁਨੋ ਸਿੱਖ ਕਾਨ, ਸੋ ਸੁਨੋ ਸਿੱਖ ਕਾਨ, ਹੈ ਗੁਰੂ ਕੇ ਪਿਆਰੇ ਸਿੱਖੋ, ਮੈਂ ਉੱਥੇ ਵਰਣਨ ਕੀਤੀਆਂ ਨੇ।
ਆਪ ਜੀ ਸਰਵਣ ਕਰਿਓ। ਹਮ ਜਾ ਜੱਜਾ ਮਿਲ ਜੁਗ ਭਰਾਤ। ਹੁਣ ਅਗਲੇ ਸਿੱਖਾਂ ਦੀ ਬਾਤ ਕਰਦੇ ਨੇ ਹਮਜਾ ਅਤੇ ਇੱਕ ਉਹਦੇ ਨਾਲ ਉਹਦਾ ਭਰਾ ਹੈ ਜੱਜਾ। ਇਹ ਦੋਨੋਂ ਮਿਲ ਕਰਕੇ ਬਾਲਾ ਮਰਵਾਹਾ ਵਖਿਆਤ। ਇੱਕ ਬਾਲਾ ਜੋ ਮਰਵਾਹਾ ਗੋਤ ਨਾਲ ਸੰਬੰਧ ਰੱਖਦਾ, ਵਖਿਆਤ ਜਿਹੜਾ ਪ੍ਰਗਟ ਰੂਪ ਵਿੱਚ ਹੈ, ਬੜਾ ਉਹਨੂੰ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ। ਅਪਰ ਓ ਹਰੀ ਨਾਨੋ ਆਇਓ। ਇੱਕ ਭਾਈ ਓਹਰੀ ਹੈ ਅਤੇ ਇੱਕ ਭਾਈ ਨਾਨੋ ਹੈ, ਇਹ ਚਾਰ ਹਨ। ਸੂਰੀ ਹੁਤੋ ਚੌਧਰੀ ਗਾਇਓ। ਤੇ ਪੰਜਵਾਂ ਇਹਨਾਂ ਦੇ ਨਾਲ ਹੈ ਸੂਰੀ ਹੁਤੋ ਚੌਧਰੀ ਗਾਇਓ। ਇੱਕ ਚੌਧਰੀ ਹੈ ਜਿਹਦਾ ਨਾਮ ਸੂਰੀ ਹੈ। ਸ੍ਰੀ ਅਰਜਨ ਕੇ ਪਹੁੰਚੇ ਪਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਏ ਹਨ ਇਕੱਠੇ ਹੋ ਕਰਕੇ। ਬੰਦਨ ਕਰ ਪਾਖੀ ਅਰਦਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਪਾਖੀ ਭਾਵ ਆਪਣੀ ਅਰਦਾਸ ਬੇਨਤੀ ਜੋਦੜੀ ਉਚਾਰਨ ਕੀਤੀ। ਗੁਰੂ ਗਰੀਬ ਨਿਵਾਜ ਮਹਾਨਾ। ਇਹ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਮਹਾਨ ਸਤਿਗੁਰੂ ਜੀ। ਖੀਚ ਪੁਰਾਣ ਸੁਣਿਓ ਹਮ ਕਾਨਾ। ਮਹਾਰਾਜ ਅਸੀਂ ਜਿਹੜੇ ਪੁਰਾਣ ਹਨ ਉਹਨਾਂ ਦੇ ਵਿੱਚ ਬਹੁਤ ਪੁਰਾਤਨ ਜਿਹੜੀਆਂ ਗਾਥਾਵਾਂ ਹਨ ਉਹਨਾਂ ਸਾਰੇ ਪੁਰਾਣਾਂ ਨੂੰ ਸਰਵਣ ਕੀਤਾ। ਬੀਚ ਪੁਰਾਣਾਂ ਦੇ ਵਿੱਚ ਗਾਥਾਵਾਂ ਪੜ੍ਹੀਆਂ ਸੁਣੀਆਂ ਹਨ। ਕਾਸੀ ਕੇਰ ਮਹਾਤਮ ਭਾਰੇ। ਕੀ ਪੜ੍ਹਿਆ ਹੈ ਜਾਂ ਕੀ ਸੁਣਿਆ ਅਸੀਂ ਅੱਜ ਤੱਕ ਕਿ ਕਾਂਸ਼ੀ ਕੇਰ ਮਹਾਤਮ ਭਾਰੇ। ਕਾਂਸ਼ੀ ਜਿਹਨੂੰ ਬਨਾਰਸ ਵਾਰਾਣਸੀ ਕਰਕੇ ਆਪ ਜੀ ਜਾਣਦੇ ਹੋ, ਪੁਰਾਤਨ ਉਹਦਾ ਨਾਮ ਕਾਂਸ਼ੀ ਸੀ। ਉਸ ਕਾਂਸ਼ੀ ਦੇ ਬੜੇ ਮਹਾਨ ਮਹਾਤਮ ਵਰਣਨ ਕੀਤੇ ਗਏ ਹਨ। ਮਰੇ ਤਹਾਂ ਮੁਕਤੀ ਲੈ ਸਾਰੇ। ਤੇ ਇਸ ਤਰ੍ਹਾਂ ਅਸੀਂ ਪੜ੍ਹਿਆ ਕਿ ਜਿਹੜਾ ਉਸ ਕਾਂਸ਼ੀ ਦੀ ਧਰਤੀ ਵਿੱਚ ਮਰਦਾ ਹੈ ਉਹ ਜ਼ਰੂਰ ਮੁਕਤੀ ਪ੍ਰਾਪਤ ਕਰਦਾ ਹੈ। ਸ਼ਿਵ ਕੇ ਨਿਕਟ ਵਾਸ ਕੋ ਪਾਵੈ। ਤੇ ਉਹ ਮਰਨ ਉਪਰੰਤ ਸ਼ਿਵਪੁਰੀ ਦੇ ਵਿੱਚ ਜਾਂਦਾ ਹੈ ਤੇ ਸ਼ਿਵਪੁਰੀ ਵਿੱਚ ਜਾ ਕੇ ਸ਼ਿਵ ਕੈ ਨਿਕਟ, ਸ਼ਿਵ ਜੀ ਦੇ ਕੋਲ ਸਮੀਪਤਾ ਉਹਨੂੰ ਮਿਲਦੀ ਹੈ। ਉਸ ਪੁਰੀ ਵਿੱਚ ਉਹ ਰਹਿੰਦਾ ਹੈ। ਅੱਜ ਵੀ ਉੱਥੇ ਕਦੀ ਜਾ ਕੇ ਦੇਖੋ ਤਾਂ ਬੜੇ ਲੋਕ ਦੁਨੀਆ ਦੇ ਕੋਨੇ-ਕੋਨੇ 'ਚੋਂ ਆਉਂਦੇ ਨੇ, ਜਿਨ੍ਹਾਂ ਨੂੰ ਜਦੋਂ ਪਤਾ ਲੱਗ ਜਾਂਦਾ ਵੀ ਹੁਣ ਸਾਡੀ ਉਮਰ ਤਕਰੀਬਨ ਬਤੀਤ ਹੋ ਗਈ ਹੈ, ਉਹ ਲੋਕ ਉੱਥੇ ਪੱਕਾ ਹੋਟਲ ਜਾਂ ਆਸ਼ਰਮ ਦੇ ਕਮਰੇ ਬੁੱਕ ਕਰ ਲੈਂਦੇ ਆ ਵੀ ਜਦੋਂ ਅਸੀਂ ਮਰੀਏ ਤੇ ਅਸੀਂ ਇਸ ਪੁਰੀ ਵਿੱਚ ਮਰੀਏ। ਹੋਰ ਉੱਥੇ ਤੱਕਣ ਤੇ ਆਉਂਦਾ 200-200, 400-400, 500-500 ਕਿਲੋਮੀਟਰ ਤੋਂ ਲੋਕਾਂ ਦੇ ਸਰੀਰਾਂ ਦੇ ਸੰਸਕਾਰ ਕਰਨ ਲਈ ਉੱਥੇ ਮਣੀਕਰਨਿਕਾ ਤੇ ਹਰੀਸ਼ ਚੰਦਰ ਘਾਟ ਤੇ ਡੈੱਡ ਬੋਡੀਆਂ ਆਉਂਦੀਆਂ। ਕਿਉਂ? ਵੀ ਇੱਥੇ ਸੰਸਕਾਰ ਹੋਏਗਾ ਤੇ ਇਹ ਮੁਕਤੀ ਪ੍ਰਾਪਤ ਕਰ ਲੈਣਗੇ। ਸੋ ਇਸ ਤਰ੍ਹਾਂ ਇਹ ਪੰਜੇ ਕਹਿਣ ਲੱਗੇ ਮਹਾਰਾਜ ਉਸ ਕਾਂਸ਼ੀ ਦੇ ਵਿੱਚ ਬੜਾ ਮਹਾਤਮ ਸਰਵਣ ਕਰੀਦਾ ਹੈ ਕਿ ਜਦੋਂ ਕੋਈ ਮਰਦਾ ਹੈ ਸ਼ਿਵ ਜੀ ਉਹਦੇ ਕੰਨ ਵਿੱਚ ਮੰਤਰ ਸੁਣਾਉਂਦਾ ਹੈ, ਉਸ ਮੰਤਰ ਨੂੰ ਸੁਣ ਕਰਕੇ ਉਹ ਮੁਕਤ ਹੋ ਜਾਂਦਾ ਹੈ ਤੇ ਉਹ ਸ਼ਿਵਪੁਰੀ ਦੇ ਵਿੱਚ ਵਾਸ ਕਰਦਾ ਹੈ। ਜਨਮ ਮਰਨ ਕੋ ਕਸ਼ਟ ਮਿਟਾਵੇ। ਉਹਦਾ ਜਨਮ ਤੇ ਮਰਨ ਦਾ ਕਸ਼ਟ ਖਤਮ ਹੋ ਜਾਂਦਾ ਹੈ। ਆਪ ਸੁਦਾਸਰ ਮਹਿਮਾ ਭਾਖੀ। ਪਰ ਮਹਾਰਾਜ ਜੀ ਆਪਨੇ ਸੁਦਾਸਰ ਇਸ ਪਾਵਨ ਅੰਮ੍ਰਿਤ ਸਰੋਵਰ ਦੀ ਮਹਾਨ ਮਹਿਮਾ ਵਰਣਨ ਕੀਤੀ ਹੈ। ਸ੍ਰੀ ਗ੍ਰੰਥ ਸਾਹਿਬ ਮਹਿ ਰਾਖੀ। ਤੇ ਕੀਤੀ ਵੀ ਕਿੱਥੇ ਹੈ? ਸ੍ਰੀ ਗ੍ਰੰਥ ਸਾਹਿਬ ਜੀ ਦੇ ਵਿੱਚ ਉਚਾਰਨ ਕੀਤੀ ਹੈ। ਅੰਮ੍ਰਿਤਸਰ ਸਾਹਿਬ ਦੀ ਮਹਾਨ ਮਹਿਮਾ ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ। ਬੱਧੋ ਪੁਰਖ ਵਿਦਾਤੈ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਹਰ ਹਾਂ ਨਾਨਕ ਕਸਮ ਲਜਾਹਿ ਨਾਇਐ ਰਾਮਦਾਸ ਸਰ। ਸੋ ਮਹਾਰਾਜ ਇਸ ਤਰ੍ਹਾਂ ਬੇਅੰਤ ਵਾਰ ਅੰਮ੍ਰਿਤਸਾਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਮਹਾਰਾਜ ਆਪ ਜੀ ਨੇ ਇਸ ਮਹਾਨ ਸਰੋਵਰ ਦੀ ਬੜੀ ਦਫਾ ਮਹਾਨ ਮਹਿਮਾ ਵਰਣਨ ਕੀਤੀ ਹੈ। ਕਹੋ ਮਹਾਤਮ ਹੈ ਇਸ ਜੈਸੇ। ਮਹਾਰਾਜ ਹੁਣ ਆਪ ਜੀ ਆਪਣੀ ਰਸਨਾ ਤੋਂ ਵਖਿਆਨ ਰੂਪ ਦੇ ਵਿੱਚ ਕਹੋ, ਦੱਸੋ, ਸਮਝਾਓ ਸਾਨੂੰ ਕਿ ਇਸ ਪਾਵਨ ਅਸਥਾਨ ਦਾ ਜਿਵੇਂ ਮਹਾਨ ਮਹਾਤਮ ਹੈ। ਨਿਰਣੇ ਕਰਹੁ ਲਹੋ ਸਿੱਖ ਤੈਸੇ। ਕਿ ਉਵੇਂ ਹੀ ਮੰਨਾਂਗੇ। ਸ੍ਰੀ ਅਰਜਨ ਜੀ ਸੁਨਤ ਬਖਾਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁਣ ਕਰਕੇ ਕਹਿਣ ਲੱਗੇ ਤੀਰਥ ਰਚਨ ਸੁਦਾਸਰ ਠਾਨਾ। ਕਿ ਤੀਰਥ ਰਚਨ ਸੁਦਾਸਰ ਠਾਨਾ, ਕਿ ਇਹ ਮਹਾਨ ਅੰਮ੍ਰਿਤ ਸਰੋਵਰ ਜਦੋਂ ਰਚਿਆ ਗਿਆ ਜਾਂ ਜਦੋਂ ਇਹਨੂੰ ਰਚਣ ਦੀ ਇਸ ਮਹਾਨ ਤੀਰਥ ਨੂੰ ਪ੍ਰਗਟ ਕਰਨ ਦੀ ਵਿਚਾਰ ਆਈ, ਠਾਨਿਆ ਗਿਆ ਹੈ। ਇਸਕੇ ਗਿਰਦੇ ਦਵਾਦਸ ਕੋਸ। ਸਹਿਬ ਮਹਾਨ ਮਹਾਤਮ ਦੱਸਦੇ ਸਰਵਣ ਕਰੀਏ। ਕਿਉਂਕਿ ਦੇਖੋ ਬਹੁਤ ਲੋਕ ਅੱਜ ਉਸ ਪਾਵਨ ਸਰੋਵਰ ਜਾਂ ਉਸ ਪਾਵਨ ਅਸਥਾਨ ਤੇ ਨਾ ਸਮਝਾਂ ਦੇ ਸ਼ੰਕੇ। ਸੋ ਖੈਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਸ ਪਾਵਨ ਅਸਥਾਨ ਦੀ ਬਾਤ ਛੱਡੋ,
ਇਹਦੇ ਆਸੇ-ਪਾਸੇ 12 ਕੋਹ ਜਿਹੜੀ ਧਰਤੀ ਹੈ, ਚਾਰੇ ਦਿਸ਼ਾਵਾਂ 'ਚ, ਇੱਕ ਪਾਸੇ ਵੱਲ ਨਹੀਂ, ਦੁਆਦਸ਼ ਕੋਸ਼ ਇਰਦ ਗਿਰਦ ਗੋਲ ਚੱਕਰ 'ਚ, ਜਿਵੇਂ ਕਹਿ ਦਵਾਂ 12 ਕੋਹ ਤੱਕ ਜਿਹੜੀ ਧਰਤੀ ਹੈ। ਤੀਰਥ ਤੀਨ ਲੋਕ ਕੇ ਜੋਸ 12 ਕੋਹ ਤੱਕ ਤਿੰਨਾਂ ਲੋਕਾਂ ਦੇ ਜਿਹੜੇ ਮਹਾਨ ਤੀਰਥ ਹਨ, ਭਾਵ ਇਹਨਾਂ ਤਿੰਨਾਂ ਲੋਕਾਂ ਵਿੱਚ ਵਸਣ ਵਾਲੇ ਮਹਾਨ ਤੀਰਥ ਜਿਹੜੇ ਹਿੰਦੂ ਧਰਮ ਦੇ ਹਨ। ਕਲਯੁਗ ਤੇ ਧਰ ਕਰ ਉਰ ਤਰਾਸ ਉਹ ਤੀਰਥ ਜਿਹੜੇ ਕਲਯੁਗ ਤੋਂ ਆਪਣੇ ਅੰਦਰ ਤਰਾਸ ਡਰ ਧਾਰਨ ਕਰਕੇ ਸਗਰੇ ਆਵਹਿ ਕਰ ਹੈ ਨਿਵਾਸ। ਇਹ 12 ਕੋਹ ਤੱਕ ਨਾ ਸਭ ਕਹਿੰਦੇ ਸਾਰੇ ਤੀਰਥਾਂ ਨੇ ਆ ਕਰਕੇ ਨਿਵਾਸ ਕੀਤਾ। ਜਿਵੇਂ ਕੋਈ ਮਨੁੱਖ ਕਿਸੇ ਤੋਂ ਡਰਦਾ ਹੋਇਆ ਰਾਜੇ ਦੀ ਸ਼ਰਨ ਵਿੱਚ ਚਲਾ ਜਾਵੇ, ਜਿਵੇਂ ਕੋਈ ਸਧਾਰਨ ਜਾਨਵਰ ਦੂਜੇ ਤੋਂ ਡਰਦਾ ਹੋਇਆ ਸ਼ੇਰ ਦੀ ਸ਼ਰਨ ਚਲਾ ਜਾਏ, ਸੋ ਇੰਝ ਸਭ ਕਹਿੰਦੇ ਸਾਰੇ ਤੀਰਥ ਕਲਯੁਗ ਤੋਂ ਡਰਦੇ ਆ ਇਸ ਤੀਰਥ ਦੀ ਸ਼ਰਨ ਵਿੱਚ 12 ਕੋਹ ਤੱਕ ਵਾਸ ਕਰਦੇ ਹਨ। ਸਭ ਕੋ ਫਲ ਇਸ ਥਲ ਤੇ ਹੋਏ। ਸਾਰਿਆਂ ਤੀਰਥਾਂ ਨੂੰ ਜਿਹੜਾ ਮਹਾਨ ਫਲ ਪ੍ਰਾਪਤ ਹੁੰਦਾ ਹੈ, ਜਿਵੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਾਹਮਣੇ ਜਦੋਂ ਭਾਈ ਲਹਿਣਾ ਜੀ ਦੇ ਰੂਪ 'ਚ ਨੇ, ਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਤੇ ਇੱਕ ਬੀਬੀ ਝਾੜੂ ਲਾ ਰਹੀ ਤੇ ਪੁੱਛਿਆ ਤੂੰ ਕੌਣ? ਤੇ ਉਹਨੇ ਕਿਹਾ ਮੈਂ ਉਹ ਦੇਵੀ ਹਾਂ ਜਿਹਦੇ ਦਰਸ਼ਨਾਂ ਲਈ ਤੂੰ ਜਾਣਾ ਲੋਚਦਾ ਸੀ। ਮੈਂ ਇਸ ਕੂੜੇ ਚੋਂ ਇਸ ਮਿੱਟੀ ਨੂੰ ਇਕੱਠੀ ਕਰਕੇ ਭਗਤਾਂ ਦੀ ਝੋਲੀ ਪਾ ਦੇਣੀ ਆ, ਮੈਂ ਇੱਥੋਂ ਬਖਸ਼ਿਸ਼ਾਂ ਲੈ ਕੇ ਜਾਨੀ। ਸੋ ਇੰਝ ਸਾਹਿਬ ਕਹਿੰਦੇ ਉਹ ਤੀਰਥ ਵੀ ਮਹਾਨ ਮਹਾਤਮ ਫਲ ਜਿਹੜਾ ਪ੍ਰਾਪਤ ਕਰਦੇ ਹਨ ਇੱਥੋਂ। ਬਾਸ ਕਰੈ ਹੇਠਾਂ ਨਰ ਜੋਏ। ਤੁਸੀਂ ਹੁਣ ਇਹ ਪੁੱਛਦੇ ਹੋ ਕਿ ਮਹਾਰਾਜ ਇਸ ਤੀਰਥ ਦਾ ਕੀ ਮਹਾਤਮ ਹੈ, ਹਰਿਮੰਦਰ ਸਾਹਿਬ ਦਾ, ਇਸ ਪਾਵਨ ਅੰਮ੍ਰਿਤ ਸਰੋਵਰ ਦਾ? ਤਾਂ ਸਾਹਿਬ ਕਹਿੰਦੇ ਜਿਹੜਾ ਮਨੁੱਖ ਇੱਥੇ ਵਾਸ ਕਰਦਾ ਟਿਕਦਾ ਹੈ। ਬੀਚ ਬਣਿਓ ਸੁੰਦਰ ਹਰਿਮੰਦਰ। ਇਹ ਜੋ ਪਾਵਨ ਹਰਿਮੰਦਰ ਜਿਸ ਪਾਵਨ ਸਰੋਵਰ ਦੇ ਬੀਚ ਬਣਿਓ, ਬਿਲਕੁਲ ਐਨ ਵਿਚਕਾਰ ਬਣਿਆ ਹੈ। ਨਿਸ ਦਿਨ ਸਤਿ ਨਾਮ ਜਿਸ ਅੰਦਰ। ਜਿਸ ਵਿੱਚ ਨਿਸ ਦਿਨ ਰਾਤ ਸਤਨਾਮ ਦੀ ਧੁਨੀ ਗੂੰਜਦੀ ਹੈ। ਸ੍ਰੀ ਗੁਰ ਕੀ ਬਾਣੀ ਸੁਭ ਚਰਰੈ। ਤੇ ਅਕਾਲ ਪੁਰਖ ਪਰਮੇਸ਼ਰ ਦੇ ਘਰ ਦੀ ਜਿਹੜੀ ਬਾਣੀ ਹੈ, ਜੋ ਕੀਰਤਨ ਰੂਪ ਵਿੱਚ, ਸਤਨਾਮ ਰੂਪ ਵਿੱਚ, ਬਾਣੀ ਪੜਨ ਦੇ ਰੂਪ ਵਿੱਚ ਦਿਨ ਰਾਤ ਗੁਰੂ ਕੇ ਸਿੱਖ ਪੜ ਰਹੇ ਹਨ। ਜਿਸ ਮਹਿ ਨਾਮ ਮਹਾਤਮ ਧਰੈ। ਜਿਸ ਦੇ ਵਿੱਚ ਅਕਾਲ ਪੁਰਖ ਦੇ ਨਾਮ ਦਾ ਮਹਾਨ ਮਹਾਤਮ ਹੈ, ਉਹ ਗੁਰੂ ਕੀ ਬਾਣੀ ਅੱਠੇ ਪਹਿਰ ਇੱਥੇ ਪੜੀ ਜਾਂਦੀ ਹੈ। ਨਾਮ ਰੋ ਨਾਮੀ ਭੇਦ ਨ ਕੋਈ। ਸਾਹਿਬ ਕਹਿੰਦੇ ਨਾਮ ਤੇ ਨਾਮੀ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਨਾਮ ਤੇ ਨਾਮੀ ਇੱਕ ਹੀ ਹੁੰਦੇ ਨੇ। ਭਾਵ ਜਿਵੇਂ ਆਪਾਂ ਹਾਂ, ਹੁਣ ਜੋ ਤੁਹਾਡੇ ਸਰੀਰ ਦਾ ਨਾਂ ਹੈ ਉਹਦੇ ਵਿੱਚ ਤੇ ਤੁਹਾਡੇ ਸਰੀਰ ਵਿੱਚ ਭੇਦਤਾ ਨਹੀਂ। ਇਹ ਤਾਂ ਨਹੀਂ ਕਹਿ ਸਕਦੇ ਵੀ ਮੇਰਾ ਨਾਮ ਘਰੇ ਪਿਆ ਤੇ ਸਰੀਰ ਮੇਰਾ ਇੱਥੇ ਆ ਗਿਆ, ਮੈਂ ਘਰੋਂ ਪਹਿਲਾਂ ਨਾਮ ਚੁੱਕ ਲਿਆਵਾਂ। ਜਿੰਨਾ ਚਿਰ ਸਰੀਰ ਹੈ, ਸਰੀਰ ਦੇ ਨਾਲੋਂ ਤੁਸੀਂ ਨਾਂ ਨੂੰ ਵੱਖ ਨਹੀਂ ਕਰ ਸਕਦੇ। ਨਾਂ ਤੇ ਸਰੀਰ ਇੱਕ ਹੀ ਰਹਿਣਗੇ। ਸਿੰਝ ਸਾਹਿਬ ਕਹਿਣ ਲੱਗੇ ਨਾਮ ਤੇ ਨਾਮੀ ਦੇ ਵਿੱਚ ਭੇਦ ਨਹੀਂ, ਉਹ ਅਕਾਲ ਪੁਰਖ ਦਾ ਨਾਮ ਹੈ ਇੱਥੇ ਹਰ ਵੇਲੇ। ਇਸ ਕਰਕੇ ਅਕਾਲ ਪੁਰਖ ਵੀ ਇੱਥੇ ਚੌਂਕੜੇ ਮਾਰ ਕੇ ਬੈਠਾ ਹੈ। ਯਾਂ ਤੇ ਬਾਸ ਪਰਮੇਸ਼ਰ ਹੋਈ। ਇਸ ਕਰਕੇ ਉਸ ਪਰਮੇਸ਼ਰ ਦਾ ਜੇ ਉਹਦਾ ਨਾਮ ਇੱਥੇ ਹੈ, ਫਿਰ ਇਹ ਤਾਂ ਨਹੀਂ ਕਹਿ ਸਕਦੇ ਪਰਮੇਸ਼ਰ ਇੱਥੇ ਨਹੀਂ। ਜਿੱਥੇ ਬੰਦਾ ਹੈ ਉੱਥੇ ਬੰਦੇ ਦਾ ਨਾਮ ਵੀ ਹੋਏਗਾ, ਸੁਭਾਵਕ ਹੈ। ਇੰਝ ਸਾਹਿਬ ਕਹਿੰਦੇ ਜੇ ਉਹਦਾ ਨਾਮ ਇੱਥੇ ਹੈ ਤੇ ਅਕਾਲ ਪੁਰਖ ਪਰਮੇਸ਼ਰ ਵੀ ਇੱਥੇ ਟਿਕਦਾ ਹੈ। ਜਿਮ ਗੰਗਾ ਮਹਿ ਮੁਖ ਹਰਿਦੁਆਰ। ਫਿਰ ਸਾਹਿਬ ਕਹਿੰਦੇ ਜਿਵੇਂ ਤੁਸੀਂ ਬਾਹਰੀ ਤੀਰਥਾਂ ਦੀ ਗੱਲ ਕੀਤੀ ਕਿ ਪੁਰਾਣਾਂ ਦੇ ਵਿੱਚ ਪੜ੍ਹਿਆ, ਕਾਂਸ਼ੀ ਦਾ ਮਹਾਤਮ ਪੜ੍ਹਿਆ, ਗੰਗਾ ਦੇ ਵਿੱਚ ਸਾਹਿਬ ਕਹਿੰਦੇ ਜਿਵੇਂ ਸਾਰਿਆਂ ਤੋਂ ਮੁੱਖ ਅਸਥਾਨ ਜਿਹੜਾ ਹਰਿਦੁਆਰ ਹਰ ਕੀ ਪੌੜੀ ਹੈ। ਤਿਮ ਹਰ ਪੋਰ ਇਹਾਂ ਨਿਰਧਾਰ। ਉਸੇ ਤਰ੍ਹਾਂ ਹਰ ਪੌਰ ਹਰ ਕੀ ਪੌੜੀ ਜਿਹੜੀ ਹੈ ਇਸ ਪਾਵਨ ਜਗ੍ਹਾ ਤੇ ਜਦੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਦੀਦਾਰ ਕਰਦਾ ਹੈ ਗੁਰੂ ਕਾ ਸਿੱਖ, ਪਰਿਕਰਮਾ ਕਰਦਾ ਹੈ, ਤਾਂ ਪਿਛਲੇ ਪਾਸੇ ਹਰ ਕੀ ਪੌੜੀ ਤੇ ਜਾ ਕਰਕੇ ਸ਼ਰਧਾਵਾਨ ਭਾਵਨਾ ਵਾਲਾ ਸਿੱਖ ਜਿਹੜਾ ਉਹ ਅੰਮ੍ਰਿਤ ਜਲ ਦਾ ਚੁਲਾ ਜ਼ਰੂਰ ਛਕਦਾ ਹੈ। ਹਾਂ, ਜਿਸ ਦੇ ਮਨ ਦਾ ਸ਼ੰਕਾ ਹੈ ਉਹਦੀ ਆਪਣੀ ਸਮਝ ਹੈ, ਪਰ ਭਾਵਨਾ ਵਾਲਾ ਸਿੱਖ ਉੱਥੇ ਜ਼ਰੂਰ ਚੁਲਾ ਲੈਂਦਾ ਹੈ ਕਿ ਹਰ ਕੀ ਪੌੜੀ ਹੈ। ਸੋ ਖੈਰ ਇੰਝ ਸਾਹਿਬ ਕਹਿੰਦੇ ਇੱਥੇ ਵੀ ਉਹ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਘਰ ਦੀ ਮਹਾਨ ਬਖਸ਼ਿਸ਼, ਜਿਵੇਂ ਗੰਗਾ ਵਿੱਚ ਸਾਰਿਆਂ ਤੋਂ ਉੱਤਮ ਹਰਿਦੁਆਰ ਤੇ ਉੱਥੇ ਹਰ ਕੀ ਪੌੜੀ, ਇੰਝ ਸਾਹਿਬ ਕਹਿੰਦੇ ਇਸ ਮਹਾਨ ਅਸਥਾਨ ਤੇ ਹਰ ਕੀ ਪੌੜੀ ਹੈ। ਨਿਰਗੁਣ ਰੂਪ ਨਾਮ ਬ੍ਰਹਮ ਗਿਆਨ। ਉਸ ਅਕਾਲ ਪੁਰਖ ਪਰਮੇਸ਼ਰ ਜੋ ਨਿਰਗੁਣ ਸਰੂਪ ਹੈ, ਉਹਦਾ ਸਾਰਿਆਂ ਤੋਂ ਵੱਡਾ ਨਾਮ ਹੈ ਜੋ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਦਾ ਹੈ। ਸਗਨ ਸਰੂਪ ਆਪ ਭਗਵਾਨ। ਤੇ ਫਿਰ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਹੁਣ ਨਿਰਗੁਣ ਸਰੂਪ ਵਿੱਚ ਉਹਦਾ ਨਾਮ ਵੱਡਾ ਹੈ
ਤੇ ਸਰਗੁਣ ਸਰੂਪ ਵਿੱਚ ਉਹ ਆਪ। ਤਾਂ ਸਭ ਕਹਿੰਦੇ ਨਿਰਗੁਣ ਵਿੱਚ ਉਹਦਾ ਨਾਮ ਸਤਨਾਮ ਦੇ ਰੂਪ ਵਿੱਚ ਟਿਕਿਆ ਤੇ ਸਰਗੁਣ ਸਰੂਪ ਅੰਦਰ ਗ੍ਰੰਥ ਸਾਹਿਬ ਜੀ ਦੇ ਰੂਪ ਅੰਦਰ। ਬੇਸ਼ੱਕ ਉਦੋਂ ਗੁਰਤਾ ਗੱਦੀ ਪ੍ਰਾਪਤ ਨਹੀਂ, ਪਰ ਉਸ ਦਿਨ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਤਾਂ ਸਭ ਕਹਿੰਦੇ ਗ੍ਰੰਥ ਸਾਹਿਬ ਜੀ ਦੇ ਰੂਪ ਅੰਦਰ ਅਕਾਲ ਪੁਰਖ ਪਰਮੇਸ਼ਰ ਆਪ ਸੁਭਾਏਮਾਨ ਸਰਗੁਣ ਸਰੂਪ 'ਚ ਤੇ ਨਿਰਗੁਣ ਸਰੂਪ ਵਿੱਚ ਉਹਦਾ ਨਾਮ ਸੁਭਾਏਮਾਨ ਹੈ। ਦੋਨੋਂ ਬਾਸ ਕਰਹਿ ਜਬ ਇਸਮੈ। ਹੁਣ ਭਲਿਓ ਜਿੱਥੇ ਦੋਨੇ ਹੀ ਵਾਸ ਕਰਦੇ ਹੋਣ, ਉਹਦਾ ਨਿਰਗੁਣ ਤੇ ਸਰਗੁਣ ਦੋਨੇ ਸਰੂਪ ਉਹਦੇ ਟਿਕੇ ਹੋਵਣ। ਮਜਿਤ ਦਰਸਤ ਅਗਰਹਿ ਕਿਸਮੈ। ਹੁਣ ਤੁਸੀਂ ਇਹ ਦੱਸੋ, ਸਵਾਲ ਕਰਦੇ ਗੁਰੂ ਅਰਜਨ ਦੇਵ ਪਾਤਸ਼ਾਹ, ਤੇ ਅੱਜ ਵੀ ਸਾਨੂੰ ਸਾਰਿਆਂ ਨੂੰ ਇਹ ਸਵਾਲ ਹੈ। ਸਭ ਕਹਿੰਦੇ ਹੁਣ ਜਿੱਥੇ ਪਰਮੇਸ਼ਰ ਨਿਰਗੁਣ ਤੇ ਸਰਗੁਣ ਦੋਨਾਂ ਸਰੂਪਾਂ 'ਚ ਟਿਕਿਆ ਹੋਵੇ, ਮੱਜਨ ਦਰਸੈ, ਉਹਦੇ ਦਰਸ਼ਨ ਕਰਕੇ ਉਸ ਅਸਥਾਨ ਦੇ ਤੇ ਉਸ ਅਸਥਾਨ ਤੇ ਇਸ਼ਨਾਨ ਕਰਕੇ ਦੱਸੋ ਕਿਹੜਾ ਪਾਪ ਹੈ ਜਿਹੜਾ ਰਹਿ ਜਾਵੇਗਾ। ਦਿਨ ਪ੍ਰਤੀ ਬਸ ਹੈ ਬਧ ਹੈ ਅਧਿਕਾਏ। ਸਭ ਕਹਿੰਦੇ ਦਿਨ ਪ੍ਰਤੀ ਦਿਨ ਇੱਥੇ ਲక్ష్ਮੀ ਵਾਸ ਕਰਦੀ, ਬਹੁਤ ਮਹਾਨ ਉਹ ਆਪਣਾ ਇੱਥੇ ਵਾਸਾ ਕਰਕੇ ਮਹਾਨ ਪ੍ਰਤਾਪ ਪ੍ਰਾਪਤ ਕਰਦੀ। ਦੂਜਾ ਸਾਹਿਬ ਆਸੀਸ ਬਖਸ਼ਦੇ, ਦਿਨ ਪ੍ਰਤੀ ਦਿਨ ਇਸ ਮਹਾਨ ਅਸਥਾਨ ਦਾ ਪ੍ਰਤਾਪ ਵਧੇਗਾ। ਜਹ ਸ੍ਰੀ ਕਰਤਾ ਪੁਰਖ ਅਕਾਲ। ਜਿੱਥੇ ਕਰਤਾ ਅਕਾਲ ਪੁਰਖ ਪਰਮੇਸ਼ਰ ਆਪ ਆ ਕਰਕੇ ਟਿਕਿਆ ਹੋਵੇ। ਫਿਰ ਸਾਹਿਬ ਕਹਿੰਦੇ ਇਸ ਪਾਵਨ ਅਸਥਾਨ ਤੇ ਅਕਾਲ ਪੁਰਖ ਦੀ ਹਜ਼ੂਰੀ ਦੇ ਅੰਦਰ ਸਾਰੇ ਤੀਰਥ ਇੰਜ ਵਾਸਾ ਕਰਦੇ ਨੇ ਜਿਵੇਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਘਰ ਅੰਦਰ ਬਿਦ ਸਿਵ ਬਸ ਹੈ ਪ੍ਰਭੂ ਕੇ ਨਾਲ। ਜਿਵੇਂ ਇੰਜ ਮੰਨਿਆ ਜਾਂਦਾ ਹੈ ਕਿ ਬਿਦ ਸ਼ਿਵ ਭਾਵ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਇਹ ਹਰ ਵੇਲੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਬੈਠੇ ਰਹਿੰਦੇ ਨੇ। ਇੰਜ ਸਾਹਿਬ ਕਹਿੰਦੇ ਸਾਰੇ ਤੀਰਥ ਇਸ ਮਹਾਨ ਅਸਥਾਨ ਦੀ ਹਜ਼ੂਰੀ ਰਹਿੰਦੇ ਹਨ। ਹੁਣ ਸੁਰ ਐਸੇ ਕੋਏ ਨਾ ਹੈ। ਤੇ ਫਿਰ ਸਾਹਿਬ ਕਹਿੰਦੇ ਐਸਾ ਕੋਈ ਸੁਰ ਭਾਵ ਐਸਾ ਕੋਈ ਦੇਵਤਾ ਨਹੀਂ ਹੈ ਆਨ ਇਹਾਂ ਨਹਿ ਬਾਸੂਲ ਹੈ। ਜਿਹੜਾ ਇੱਥੇ ਨਹੀਂ ਆਉਂਦਾ, ਜਾਂ ਜਿਹਨੇ ਇੱਥੇ ਆ ਕਰਕੇ ਵਾਸ ਨਹੀਂ ਕੀਤਾ, ਜਾਂ ਜਿਹੜਾ ਇੱਥੋਂ ਕੋਈ ਬਖਸ਼ਿਸ਼ ਨਹੀਂ ਲੈ ਕੇ ਗਿਆ, ਜਾਂ ਜਿਹੜਾ ਇੱਥੇ ਕਦੀ ਨਤਮਸਤਕ ਨਾ ਹੋਇਆ ਹੋਵੇ। ਬੇਸ਼ੱਕ ਉਹ ਸਾਡੀਆਂ ਅੱਖਾਂ ਨੂੰ ਦਿਸਣ ਜਾਂ ਨਾ ਦਿਸਣ, ਪਰ ਗੁਰਮੁਖੋ ਗੁਰੂ ਅਰਜਨ ਦੇਵ ਪਾਤਸ਼ਾਹ ਕਦੀ ਝੂਠ ਨਹੀਂ ਕਹਿ ਸਕਦੇ। ਇਸ ਕਰਕੇ ਸਾਹਿਬ ਕਹਿੰਦੇ ਕੋਈ ਐਸਾ ਦੇਵਤਾ ਨਹੀਂ ਜੋ ਇੱਥੇ ਵਾਸ ਨਾ ਕਰਦਾ ਹੋਵੇ ਜਾਂ ਇੱਥੇ ਨਤਮਸਤਕ ਨਾ ਹੋਇਆ ਹੋਵੇ। ਹਰ ਕੇ ਨਿਕਟ ਅਧਿਕ ਫਲ ਸਾਰੇ। ਕਿਉਂਕਿ ਹਰੀ ਅਕਾਲ ਪੁਰਖ ਦੇ ਪਰਮੇਸ਼ਰ ਦੇ ਨੇੜੇ ਆ ਕੇ ਸਾਰੇ ਹੀ ਚਾਹੁੰਦੇ ਨੇ ਸਾਨੂੰ ਕੋਈ ਫਲ ਪ੍ਰਾਪਤ ਹੋ ਜਾਏ। ਤੇ ਇੱਥੇ ਹਰੀ ਪਰਮੇਸ਼ਰ ਨਿਰਗੁਣ ਤੇ ਸਰਗੁਣ ਸਰੂਪ 'ਚ ਟਿਕਿਆ, ਇਸ ਕਰਕੇ ਸਾਰੇ ਹੀ ਆ ਕੇ ਫਲ ਪ੍ਰਾਪਤ ਕਰਨਾ ਚਾਹੁੰਦੇ ਹਨ। ਅਪਰ ਨ ਕੋ ਸਮਤਾ ਇਸ ਧਾਰੇ। ਕਿਉਂਕਿ ਇਸ ਮਹਾਨ ਅਸਥਾਨ ਦੇ ਬਰਾਬਰ ਸਾਹਿਬ ਕਹਿੰਦੇ ਸਾਰੀ ਸ੍ਰਿਸ਼ਟੀ ਬ੍ਰਹਮੰਡਾਂ ਦੇ ਵਿੱਚ ਕੋਈ ਸਥਾਨ ਇਹਦੇ ਬਰਾਬਰ ਸਮਤਾ ਬਰਾਬਰੀ ਜਾਂ ਪ੍ਰਤਾਪ ਨਹੀਂ ਧਾਰਨ ਕਰਦਾ। ਹਰ ਮੰਦਰ ਮਹਿ ਨਿਤ ਸਤਨਾਮ। ਇਸ ਪਾਵਨ ਹਰਿਮੰਦਰ ਦੇ ਅੰਦਰ ਸਾਹਿਬ ਕਹਿੰਦੇ ਨਿਤਾ ਪ੍ਰਤੀ ਸਤਨਾਮ ਵਾਹਿਗੁਰੂ। ਸਿਮਰੈ ਸੁਨਹਿ ਸੋ ਮਨ ਬਿਸਰਾ। ਜੋ ਸਿਮਰੇਗਾ ਆ ਕਰਕੇ, ਜੋ ਸੁਨੇਗਾ ਬਹਿ ਕਰਕੇ, ਮਨ ਬਿਸਰਾਮ, ਉਹਦੇ ਮਨ ਨੂੰ ਟਿਕਾਓ ਮਿਲਦਾ। ਤੇ ਇਹ ਕੋਈ ਕਹਿਣ ਦੀ ਗੱਲ ਨਹੀਂ, ਤੁਹਾਡੇ ਵਿੱਚੋਂ ਵੀ ਬੜੇ ਸਰੀਰਾਂ ਨੇ ਪ੍ਰੈਕਟੀਕਲ ਕੀਤਾ ਹੋਏਗਾ ਜਿਹੜੇ ਇਹ ਕਹਿੰਦੇ ਜੀ ਜਦੋਂ ਉੱਥੇ ਬਹਿ ਜਾਈਏ ਤੇ ਉੱਠਣ ਨੂੰ ਜੀ ਨਹੀਂ ਕਰਦਾ, ਸੁਭਾਵਿਕ ਹੈ। ਸੋ ਇਸ ਤਰ੍ਹਾਂ ਸਾਹਿਬ ਕਹਿੰਦੇ ਜੋ ਇੱਥੇ ਬਹਿ ਕੇ ਜਪਦਾ ਹੈ, ਸੁਣਦਾ ਹੈ, ਸੁਭਾਵਿਕ ਉਹਦਾ ਮਨ ਇਕਾਗਰਤਾ ਪ੍ਰਾਪਤ ਕਰਦਾ ਹੈ। ਕਰਤ ਪ੍ਰੇਮ ਕੋ ਛੇਮ ਲਹਾਂਗੇ। ਉਹ ਪ੍ਰੇਮ ਪ੍ਰਾਪਤ ਕਰਦਾ ਹੈ। ਫਿਰ ਪ੍ਰੇਮ ਕਰਦਿਆਂ ਕਰਦਿਆਂ ਛੇਮ ਲਹਾਂਗੇ। ਸਾਹਿਬ ਕਹਿੰਦੇ ਜਿਹੜਾ ਬਹਿ ਕੇ ਸੁਣੇਗਾ ਤੇ ਆਏਗਾ ਜਪੇਗਾ ਇੱਥੇ, ਉਹ ਜ਼ਰੂਰ ਮੁਕਤੀ ਪ੍ਰਾਪਤ ਕਰਦਾ ਹੈ। ਬ੍ਰਹਮ ਗਿਆਨ ਤੇ ਕਸ਼ਟ ਦਹਾਂਗੇ। ਤੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਤੇ ਕਸ਼ਟ ਦਹਾਂਗੇ, ਉਹਦੇ ਸਾਰੇ ਕਸ਼ਟ ਸੜ ਬਲ ਜਾਂਦੇ, ਨਾਸ਼ ਹੋ ਜਾਂਦੇ ਹਨ। ਤੀਨੋ ਤਾਪ ਨਿਵਾਰਨ ਕਰੈ। ਇਹ ਮਹਾਨ ਅਸਥਾਨ ਸਭਨਾ ਆਇਆ ਹੋਇਆਂ ਦੇ ਤਿੰਨੇ ਤਾਪ ਜਿਹੜੇ ਹਨ ਉਹਨਾਂ ਨੂੰ ਨਾਸ਼ ਕਰਦਾ ਹੈ। ਅੰਤੈ ਕਰਨ ਮਹਾਮਲ ਹਰੈ। ਤੇ ਇੱਥੇ ਬਹਿਣ ਵਾਲਿਆਂ ਦਾ, ਜਪਣ ਵਾਲਿਆਂ ਦਾ ਅੰਤఃਕਰਨ ਜੋ ਮਲੀਨ ਵੀ ਹੋਵੇ ਤਾਂ ਉਹਨਾਂ ਦੀ ਮਹਾਮਲ ਦਾ ਹੈ, ਮਹਾਨ ਤੋਂ ਮਹਾਨ ਉਹਨਾਂ ਦੀ ਮੈਲ, ਭਾਵੇਂ ਪਾਪਾਂ ਦੀ ਹੈ, ਭਾਵੇਂ ਵਕਾਰਾਂ ਦੀ ਹੈ, ਭਾਵੇਂ ਕਰਮਾਂ ਦੀ, ਕੁਕਰਮਾਂ ਦੀ, ਜੈਸੀ ਕੈਸੀ ਵੀ ਉਹਨਾਂ ਦੇ ਮਨ ਦੀ ਮੈਲ ਹੈ,
ਉਹ ਲੈ ਜਾਂਦੀ ਹੈ। ਬ੍ਰਹਮ ਗਿਆਨ ਕੋ ਲਹਿ ਨਿਸਕਾਮ, ਤੇ ਉਹ ਨਿਸ਼ਕਾਮ ਭਾਵਨਾ ਵਿੱਚ ਜਾ ਕਰਕੇ ਬ੍ਰਹਮ ਗਿਆਨ ਅਵਸਥਾ ਨੂੰ ਲਹਿ ਪ੍ਰਾਪਤ ਕਰ ਜਾਂਦੇ ਹਨ। ਪੂਰਹਿ ਕਾਮਨਾ ਜੋ ਸਹਿ ਕਾਮ, ਤੇ ਜੋ ਵੀ ਇੱਥੇ ਆਏਗਾ ਸਹਿ ਕਾਮਨਾ ਸਹਿਤ ਆਵੇ ਤਾਂ ਪੁਰਹਿ ਕਾਮਨਾ, ਉਹਦੀਆਂ ਸਾਰੀਆਂ ਕਾਮਨਾ ਪੂਰੀਆਂ ਹੁੰਦੀਆਂ ਤੇ ਹੋਇਆ ਕਰਨਗੀਆਂ। ਅੰਮ੍ਰਿਤ ਸਰ ਪਰ ਕਰਮਾ ਮਾਹੇ। ਸਾਹਿਬ ਇੱਕ ਹੋਰ ਮਹਾਤਮ ਦੱਸਦੇ। ਪਹਿਲਾਂ ਸਾਹਿਬ ਨੇ ਕਿਹਾ 12 ਕੋਹ ਤੱਕ ਤੀਰਥ ਵਾਸ ਕਰਦੇ ਐ। ਫਿਰ ਸਾਹਿਬ ਕਹਿੰਦੇ ਇਸ ਪਾਵਨ ਹਰਿਮੰਦਰ ਸਾਹਿਬ ਜੀ ਦੀ ਜੋ ਮੁਬਾਰਕ ਪਰਿਕਰਮਾ ਹੈ, ਜੋ ਅੱਜ ਵੀ ਸਿੱਖ ਬੜੀ ਭਾਵਨਾ ਨਾਲ ਕਰਦਾ ਹੈ। ਪਗ ਪਗ ਮੈਂ ਸੋ ਤੀਰਥ ਆਹੇ। ਸਾਹਿਬ ਕਹਿੰਦੇ ਪਗ ਪਗ ਮੈਂ, ਕਦਮ ਕਦਮ ਦੇ ਉੱਤੇ ਤੀਰਥਾਂ ਦਾ ਵਾਸਾ ਹੈ। ਭਾਵ ਇਹ ਨਹੀਂ ਕਿਉਂਕਿ ਹਰ ਸਿੱਖ ਦੀ ਸਮਝਣ ਦੀ ਕਹਿ ਦੇਵਾਂ ਗੱਲ ਨੂੰ ਪਕੜਨ ਦੀ ਆਪਣੀ ਆਪਣੀ ਸੋਝੀ ਹੁੰਦੀ। ਮਤਾ ਹੁਣ ਕੋਈ ਇਹ ਨਾ ਕਵੇ ਵੀ ਇਹਦਾ ਮਤਲਬ ਅਸੀਂ ਦੂਜੇ ਤੀਰਥਾਂ ਤੇ ਜਾ ਰਹੇ ਹਾਂ। ਸਭ ਨੇ ਬੜੇ ਵਿਸਥਾਰ ਨਾਲ ਸਮਝਾਇਆ ਕਿ ਉਹ ਤੀਰਥ ਵੀ ਇਸ ਪਾਵਨ ਅਸਥਾਨ ਦੀ ਸ਼ਰਨ ਵਿੱਚ ਆ ਕੇ ਬੈਠੇ ਹੋਏ ਨੇ। ਤਾਂ ਸਭ ਕਹਿੰਦੇ ਇਸ ਰੂਪ ਵਿੱਚ ਬੈਠੇ, ਜਿਵੇਂ ਤੁਸੀਂ ਇਹ ਕਹਿ ਦਿਓ ਵੀ ਇੱਕ ਇੱਕ ਕਦਮ ਤੇ ਇੱਕ ਇੱਕ ਤੀਰਥ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਤੇ ਹੱਥ ਜੋੜ ਕੇ ਬੈਠਾ ਹੈ। ਸੂਖਮ ਰੂਪ ਧਾਰ ਤਟ ਰਹਿ। ਉਹ ਸਥੂਲ ਰੂਪ ਨਹੀਂ, ਵੱਡੇ ਰੂਪ ਵਿੱਚ ਨਹੀਂ ਹਨ, ਬਹੁਤ ਛੋਟੇ ਛੋਟੇ ਰੂਪ ਧਾਰਨ ਕਰਕੇ, ਸੂਖਮ ਰੂਪ ਧਾਰਨ ਕਰਕੇ ਬੈਠੇ ਹੋਏ ਹਨ। ਨਿਜ ਨਿਜ ਪਾਵਨਤਾ ਕੋ ਚਾਹੈ, ਤੇ ਨਿਜ ਨਿਜ ਜੋ ਵੀ ਤੀਰਥ ਆਪਣੀ ਆਪਣੀ ਪਾਵਨਤਾ ਚਾਹੁੰਦਾ ਹੈ। ਜਿਵੇਂ ਕੱਲ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਏ ਸਿੱਖਾਂ ਦਾ ਪ੍ਰਸ਼ਨ ਸੀ ਤਾਂ ਸਾਹਿਬ ਨੇ ਜੀ ਨੇ ਕਿਹਾ ਗੰਗਾ ਜਮਨਾ ਸਰਸਵਤੀ ਉਦਮ ਕਰਹਿ ਧੂਰ ਸਾਧੂ ਕੀ ਤਾਈ, ਕਿਲ ਬਿਖ ਮੈਲ ਭਰੇ ਪਰੈ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਕਿ ਸਾਡੇ ਵਿੱਚ ਲੋਕ ਹਜ਼ਾਰਾਂ ਲੱਖਾਂ ਪਾਪ ਲਾ ਕੇ ਜਾਂਦੇ ਨੇ ਤੇ ਅਸੀਂ ਫਿਰ ਕਿਸੇ ਕਮਾਈ ਵਾਲਿਆਂ ਦੇ ਚਰਨਾਂ ਨੂੰ ਸਪਰਸ਼ ਕਰਕੇ ਆਪਣੇ ਪਾਪ ਲਾ ਲੈਂਦੇ ਹਾਂ। ਸੋ ਇੰਜ ਸਾਹਿਬ ਕਹਿਣ ਲੱਗੇ ਉਹ ਇੱਥੇ ਟਿਕ ਕਰਕੇ ਮਹਾਨ ਮਹਾਤਮ ਪ੍ਰਤਾਪ ਫਲ ਪ੍ਰਾਪਤ ਕਰਦੇ ਤੇ ਆਪਣੇ ਪਾਪਾਂ ਦਾ ਨਾਸ਼ ਕਰਦੇ ਹਨ। ਕਾਲਾ ਸਿੱਖ ਮਹਿਰਾ ਔਰ, ਇਸੇ ਤਰ੍ਹਾਂ ਹੋਰ ਗੁਰੂ ਕੇ ਪਿਆਰੇ ਸਿੱਖ ਆਏ ਹਨ। ਕਾਲਾ ਸਿੱਖ ਮਹਿਰਾ ਔਰ, ਜਿਨ੍ਹਾਂ ਦੇ ਨਾਮ ਹਨ ਇੱਕ ਕਾਲਾ ਅਤੇ ਇੱਕ ਮਹਿਰਾ ਸਿੱਖ ਹੈ। ਸਣੇ ਨਿਹਾਲੂ ਰਹਿ ਗਿਰ ਠੋਰ, ਤੇ ਇੱਕ ਇਹਨਾਂ ਦੇ ਨਾਲ ਭਾਈ ਨਿਹਾਲੂ ਹੈ ਜੋ ਰਹਿ ਗਿਰ ਠੌਰ, ਜੋ ਪਹਾੜੀ ਇਲਾਕੇ ਵਿੱਚੋਂ ਆਏ, ਪਹਾੜਾਂ ਵਿੱਚ ਇਹਨਾਂ ਦਾ ਪਿੰਡ ਹੈ। ਸੋ ਬੰਧਨ ਕਰ ਬੈਠੇ ਪਾਸ, ਸੋ ਆਏ ਹਨ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਨਮਸਕਾਰ ਕਰਕੇ ਬਹਿ ਗਏ ਹਨ। ਸੁਨ ਪ੍ਰਸੰਗ ਕੋ ਬਾਕ ਪ੍ਰਕਾਸ਼। ਇਹ ਪ੍ਰਸੰਗ ਚੱਲ ਹੀ ਰਿਹਾ ਸੀ। ਜਿਹੜੇ ਪਹਿਲਾਂ ਸਿੱਖਾਂ ਨੇ ਪ੍ਰਸ਼ਨ ਕੀਤਾ ਸੀ ਤੇ ਮਹਾਰਾਜ ਦੱਸ ਰਹੇ ਸੀ ਕਿ ਇਸ ਮਹਾਨ ਅਸਥਾਨ ਦਾ ਕੀ ਮਹਾਤਮ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਪਾਵਨ ਚਰਨ ਛੋਹ ਸਥਾਨ ਦਾ ਕੀ ਮਹਾਤਮ। ਸੋ ਸਾਹਿਬ ਇਸ ਮਹਾਨ ਮਹਾਤਮ ਤੋਂ ਸਿੱਖਾਂ ਨੂੰ ਜਾਣੂ ਕਰਵਾ ਰਹੇ ਸੀ ਕਿ ਇਹ ਵੀ ਤਿੰਨੇ ਜੋ ਪਹਾੜੀ ਇਲਾਕੇ ਵਿੱਚੋਂ ਆਏ ਸੀ ਇਹ ਵੀ ਬਹਿ ਗਏ। ਇਹਨਾਂ ਨੇ ਪ੍ਰਸੰਗ ਸੁਣਿਆ ਤੇ ਸੁਣਦਿਆਂ ਸੁਣਦਿਆਂ ਵਿੱਚ ਇਹਨਾਂ ਬੇਨਤੀ ਕੀਤੀ, ਕਹੋ ਪ੍ਰਭੂ ਕਰ ਸੰਸੈ ਹਾਨੀ। ਮਹਾਰਾਜ ਜੀ ਸਾਡੇ ਮਨ 'ਚ ਇੱਕ ਛੋਟਾ ਜਿਹਾ ਸਵਾਲ ਆਇਆ ਤੇ ਪੁੱਛਣਾ ਸੁਭਾਵਿਕ ਫਰਜ਼ ਹੈ ਸਿੱਖ ਦਾ। ਸੋ ਮਹਾਰਾਜ ਆਪ ਜੀ ਨੂੰ ਪੁੱਛਦੇ ਹਾਂ ਤੇ ਆਪ ਜੀ ਸਾਡੇ ਸੰਸੇ ਦੀ ਹਾਨੀ ਕਰੋ, ਖਤਮ ਕਰੋ। ਬਸ ਹੈ ਤਾਮਸੀ ਇਹਾਂ ਜੇ ਪ੍ਰਾਨ। ਮਹਾਰਾਜ ਦੁਨੀਆ ਦੇ ਵਿੱਚ ਕਈ ਪ੍ਰਕਾਰ ਦੇ ਲੋਕ ਨੇ, ਇਹ ਤੇ ਸੁਭਾਵਿਕ ਹੈ। ਰਜੋ ਗੁਣ, ਤਮੋ ਗੁਣ, ਸਤੋ ਗੁਣ ਮਨੁੱਖੀ ਸੁਭਾਅ 'ਚ ਨੇ, ਕਿਸੇ 'ਚ ਕੋਈ ਗੁਣ ਹੈ, ਕਿਸੇ 'ਚ ਕੋਈ ਗੁਣ ਹੈ। ਸੋ ਮਹਾਰਾਜ ਆਪ ਜੀ ਦੇ ਇਸ ਪਾਵਨ ਅਸਥਾਨ ਤੇ ਕੋਈ ਸਾਡੇ ਵਰਗੇ ਨਾ ਸ਼ੁਕਰੇ ਔਗਣਾ ਨਾਲ ਭਰੇ ਕੋਈ ਤਾਮਸੀ ਬਿਰਤੀ ਵਾਲੇ ਜੇ ਇੱਥੇ ਵਸਣਗੇ ਤਾਂ ਕਰ ਹੈ ਪਾਪ ਨੇ ਅਦਬ ਰਖੰਤੇ। ਮਹਾਰਾਜ ਸੁਭਾਵਿਕ ਹੈ, ਹੁਣ ਜਿਹਨੂੰ ਅਦਬ ਹੀ ਨਾ ਹੋਵੇ ਜਾਂ ਜਿਹੜਾ ਮੰਨੇ ਹੀ ਨਾ ਕਿ ਗੁਰੂ ਕਾ ਸਥਾਨ ਹੈ, ਹੁਣ ਉਹਦਾ ਕੋਈ ਇਲਾਜ ਨਹੀਂ ਹੈ। ਸੋ ਇਸ ਤਰ੍ਹਾਂ ਮਹਾਰਾਜ ਜੇ ਤਾਮਸੀ ਬਿਰਤੀ ਵਾਲੇ ਕੋਈ ਇੱਥੇ ਵਸਦੇ ਹੋਣ, ਜਿਹੜੇ ਇਸ ਮਹਾਨ ਅਸਥਾਨ ਦੇ ਮਹਾਤਮ ਨੂੰ ਨਾ ਜਾਣਦੇ ਹੋਣ, ਕਿਉਂਕਿ ਕਈ ਵਾਰ ਹੋ ਜਾਂਦਾ ਮਨੁੱਖ ਦਾ ਸੁਭਾਅ ਕਿ ਕੋਲ ਰਹਿ ਕੇ ਦੂਰ ਹੋ ਜਾਂਦਾ। ਸੋ ਮਹਾਰਾਜ ਤਾਮਸੀ ਬਿਰਤੀ ਵਾਲਾ ਜੇ ਨਾ ਮਹਾਤਮ ਨੂੰ ਜਾਣਦਾ ਹੋਵੇ ਵੀ ਕਿਤਨਾ ਭਾਰੀ ਅਸਥਾਨ ਹੈ, ਕਿਤਨੀ ਮਹਾਨ ਮਹਿਮਾ ਹੈ ਇਸ ਅਸਥਾਨ ਦੀ, ਤੇ ਮਹਾਰਾਜ ਜੇ ਉਹ ਅਦਬ ਨਾ ਕਰੇ, ਜੇ ਸਤਿਕਾਰ ਨਾ ਕਰੇ ਇਸ ਅਸਥਾਨ ਦਾ, ਸੋ ਕਿਸ ਵਿਦ ਕੀ ਗਤੀ ਲਹੰਤੇ। ਮਹਾਰਾਜ ਫਿਰ ਉਹ ਕਿਵੇਂ ਦੀ ਗਤੀ ਪਾਏਗਾ। ਕਿਉਂਕਿ ਆਪ ਜੀ ਨੇ ਜ਼ਿਕਰ ਕੀਤਾ ਹੈ ਜੋ ਬਹਿ ਕੇ ਜਪੇਗਾ, ਪੜ੍ਹੇਗਾ, ਦਰਸ਼ਨ ਦੀਦਾਰ ਕਰੇਗਾ, ਉਹ ਸਾਰੇ ਮਹਾਨ ਸੁੱਖਾਂ ਨੂੰ, ਮੁਕਤੀ ਨੂੰ ਪ੍ਰਾਪਤ ਕਰੇਗਾ। ਹੁਣ ਜਿਹੜਾ ਇਸ ਗੱਲ ਦੇ ਮਹਾਤਮ ਨੂੰ ਹੀ ਨਹੀਂ ਜਾਣਦਾ, ਅੱਜ ਦੀ ਕੁਝ ਲੋਕਾਂ ਦੀ ਭਾਸ਼ਾ ਵਿੱਚ ਆਮ ਇਮਾਰਤ ਸਮਝ ਲਵੇ
ਤਾਂ ਮਹਾਰਾਜ ਜੀ ਫਿਰ ਉਹਨਾਂ ਦੀ ਕੀ ਦੁਰਦਸ਼ਾ ਹੈ, ਉਹ ਕਿਹੜੀ ਗਤੀ ਪ੍ਰਾਪਤ ਕਰਨਗੇ? ਸ੍ਰੀ ਮੁਕਤੇ ਫਰਮਾਵਨ ਕੀਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਣ ਲੱਗੇ, ਦੱਸਣ ਲੱਗੇ ਉਹ ਕੀ ਬਣਦੇ ਹਨ, ਕੀ ਉਹਨਾਂ ਦੀ ਹਾਲਤ ਹੈ। ਬਸ ਹੈ ਜੇ ਮਹਿਮਾਨ ਹੈ ਮਨ ਚੀਨ। ਸਾਹਿਬ ਕਹਿੰਦੇ ਜਿਹੜੇ ਇੱਥੇ ਵਸਣ, ਭਾਵੇਂ ਇਸ ਅਸਥਾਨ 'ਚ, ਭਾਵੇਂ ਇਸ ਨਗਰ 'ਚ, ਤੇ ਭਾਵੇਂ ਦੂਰੋਂ ਆ ਕੇ ਚੰਦ ਘੜੀਆਂ ਇੱਥੇ ਰਹਿਣ, ਕੋਈ ਆ ਕੇ ਇੱਕ ਦਿਨ ਰਹਿੰਦਾ ਉੱਥੇ ਜਾ ਕੇ, ਕੋਈ 2 ਦਿਨ ਰਹਿੰਦਾ ਹੈ। ਸਾਹਿਬ ਕਹਿੰਦੇ ਜੇ ਇੱਥੇ ਆ ਕੇ ਵਸੇ ਤੇ ਇਸ ਮਹਾਨ ਹਰਿਮੰਦਰ ਸਾਹਿਬ, ਇਸ ਪਾਵਨ ਅਸਥਾਨ ਦੀ ਮਹਿਮਾ ਨੂੰ ਨਾ ਜਾਣਨਾ ਕਰੇ, ਥਾਨ ਹੈ ਪਾਪ ਨਾ ਜਾਣ ਹੈ ਮੂਡਾ। ਤੇ ਮੂਢਾ ਮੂਰਖ ਬੰਦਾ ਇੱਥੇ ਆ ਕੇ ਵੀ ਜਿਹੜਾ ਪਾਪ ਕਰੇ। ਤੇ ਗੁਰਮੁਖੋ ਸੱਚ ਇਹ ਵਿਦਵਾਨਾਂ ਦਾ ਕਥਨ ਹੈ ਵੀ ਹਿੰਦੂ ਧਰਮਾਂ ਅੰਦਰ ਮੰਨਿਆ ਜਾਂਦਾ। ਭਾਈ ਗੁਰਦਾਸ ਜੀ ਨੇ ਇੱਕ ਥਾਂ ਦਲੀਲ ਦਿੱਤੀ ਵੀ ਜੇ ਬਾਹਰੀ ਪਾਪ ਕਰਕੇ ਗੰਗਾ ਤੇ ਜੇ ਪਾਪ ਲੈ ਜਾਂਦੇ, ਹੁਣ ਜਿਹੜਾ ਗੰਗਾ ਤੇ ਜਾ ਕੇ ਪਾਪ ਕਰੇਗਾ ਉਹ ਕਿੱਥੇ ਲਾ ਲਏਗਾ? ਦੁਨੀਆ 'ਚ ਪਾਪ ਕਰਕੇ ਗੁਰੂ ਕੀ ਸ਼ਰਨ ਆ ਕੇ ਬਖਸ਼ਾ ਸਕਦੇ ਹਾਂ, ਪਰ ਜੇ ਗੁਰੂ ਕੀ ਸ਼ਰਨ 'ਚ ਹੀ ਪਾਪ ਕਰਾਂਗੇ ਤੇ ਕਿੱਥੇ ਢੋਈ ਮਿਲੇਗੀ, ਕਿੱਥੇ ਬਖਸ਼ਾਵਾਂਗੇ? ਸੋ ਇਸ ਤਰ੍ਹਾਂ ਸਾਹਿਬ ਕਹਿਣ ਲੱਗੇ ਜਿਹੜਾ ਮੂਢਾ, ਜਿਹੜਾ ਮੂਰਖ ਨਾ ਜਾਣੇ ਇਹਾਂ ਪਾਪ, ਇੱਥੇ ਆ ਕੇ ਵੀ ਸਾਹਿਬ ਕਹਿੰਦੇ ਜਿਹੜਾ ਪਾਪ ਕਰੇਗਾ। ਸੁਨ ਹੈ ਨਾ ਸਤਨਾਮ ਬਹੁ ਰੂੜ। ਤੇ ਬਹੁਤ ਰੂੜ, ਮੂੜ ਮੱਤੀਆ ਜਿਹਨੂੰ ਆਪਾਂ ਕਹਿੰਦੇ ਆ, ਜਿਹੜਾ ਬਿਲਕੁਲ ਆਕੀ ਬਾਗੀ ਹੋ ਜਾਂਦਾ ਗੁਰੂ ਦੇ ਨਾਮ ਤੋਂ। ਸੁਨ ਹੈ ਨਾ ਸਤਨਾਮ, ਉਹ ਗੁਰੂ ਘਰ ਰਹਿ ਕੇ ਵੀ ਸਤਨਾਮ ਨਹੀਂ ਸੁਣਦਾ। ਕਈ ਵਾਰ ਐਸੀ ਦਸ਼ਾ ਹੋ ਜਾਂਦੀ ਮਨੁੱਖੀ ਮਨ ਦੀ ਕਿ ਕੋਲ ਰਹਿ ਕੇ ਵੀ ਉਹਨੂੰ ਸਤਨਾਮ, ਗੁਰੂ ਕੇ ਬੋਲ, ਗੁਰੂ ਕਾ ਆਵਾਜ਼ਾਂ ਨਹੀਂ ਚੰਗਾ ਲੱਗਦਾ। ਕਈ ਵਾਰ ਮਾਫ ਕਰਿਓ ਬਹੁਤ ਦੂਰ ਤੱਕ ਇਹ ਆਵਾਜ਼ ਜਾਂਦੀ ਹੈ, ਭਾਵ ਮੀਡੀਆ ਦੇ ਥਰੂ। ਐਸੇ ਨਗਰਾਂ ਵਿੱਚ ਰਹਿ ਕੇ ਵੇਖਿਆ, ਜ਼ਿੰਦਗੀ ਨਿਕਲ ਗਈ ਜਿੱਥੇ ਸਾਰੀ ਉਮਰ ਇੰਜ ਲੰਘ ਜਾਂਦੀ ਸੀ, ਕਈ ਮਹੀਨੇ, ਵੀ ਅੱਜ ਰਹਿਰਾਸ ਸੋਦਰ ਦਾ ਪਾਠ ਕਰਨਾ ਹੈ ਤੇ ਪਹਿਲਾਂ ਤਾਂ ਚੜ੍ਹ ਕੇ ਸਪੀਕਰ ਦਾ ਮੂੰਹ ਇੱਧਰ ਨੂੰ ਕਰੋ, ਫਿਰ ਰਹਿਰਾਸ ਦਾ ਪਾਠ ਕਰੋ। ਅਗਲੇ ਦਿਨ ਸ਼ੁਰੂ ਕਰਨਾ ਹੈ ਤੇ ਆਉਣ ਤੋਂ ਪਹਿਲਾਂ ਉਹ ਘਰ ਵਾਲਿਆਂ ਦਾ ਲਾਮਾ ਆਇਆ ਹੁੰਦਾ ਸੀ ਕਿ ਬਾਬਾ ਜੀ ਕੱਲ ਸਪੀਕਰ ਦਾ ਮੂੰਹ ਸਾਡੇ ਘਰ ਨੂੰ ਕਰਤਾ, ਪਹਿਲਾਂ ਇਹਨੂੰ ਦੂਜੇ ਘਰ ਵੱਲ ਨੂੰ ਕਰੋ ਤਾਂ ਅਸੀਂ ਰਹਿਰਾਸ ਦਾ ਪਾਠ ਕਰਨ ਦੇਵਾਂਗੇ। ਸੋ ਇਸ ਤਰ੍ਹਾਂ ਵੀ ਕੁਝ ਮਨੁੱਖ ਹੁੰਦੇ ਹਨ ਜਿਹੜੇ ਸਤਨਾਮ ਸੁਣਨਾ ਪ੍ਰਵਾਨ ਨਹੀਂ ਕਰਦੇ। ਸੋ ਇੰਝ ਸਾਹਿਬ ਕਹਿੰਦੇ ਜਿਹੜੇ ਸਤਨਾਮ ਰੂਢੀ ਮੂੜ ਮਤੀਏ ਸੁਣਨਾ ਵੀ ਪ੍ਰਵਾਨ ਨਹੀਂ ਕਰਦੇ ਹਨ। ਤ੍ਰਿਗਦ ਜੋਨ ਮਰ ਏਠਾਂ ਪਾਵੈ। ਕਹਿੰਦੇ ਉਹ ਤ੍ਰਿਗਦ ਜੋਨ, ਟੇਡੀਆਂ ਮੇਡੀਆਂ ਜੂਨਾਂ ਨੂੰ ਮਰ ਕੇ ਪ੍ਰਾਪਤ ਕਰਨਗੇ ਤੇ ਜਾਣਗੇ ਕਿਤੇ ਨਹੀਂ, ਏਠਾਂ ਪਾਵੇ, ਇੱਥੇ ਹੀ ਆਉਣਗੇ। ਕੂਕਰ ਕਾਕ ਭੂੰਡ ਬਣ ਜਾਵੇ। ਜਿਨ੍ਹਾਂ ਦੇ ਵਿੱਚ ਕੁੱਤੇ, ਕਾਂ, ਭੂੰਡ, ਸਭ ਕਹਿੰਦੇ ਸਾਰਾ ਕੁਝ ਉਹ ਲੋਕ ਬਣਨਗੇ। ਮੂਖਕ ਸਰਪ ਬਣਹਿ ਅਗ ਭੋਗਹਿ। ਮੂਖਕ ਕਹਿੰਦੇ ਨੇ ਚੂਹੇ ਨੂੰ, ਚੂਹਾ ਬਣਨਗੇ, ਸੱਪ ਬਣਨਗੇ, ਅੱਗ ਭੋਗੈ। ਇਹ ਸਾਰੇ ਪਾਪਾਂ ਦੁੱਖਾਂ ਨੂੰ ਭੋਗਣਾ ਕਰਨਗੇ। ਪੁਨ ਨਰ ਇਸ ਥਲ ਬਣਹਿ ਅਰੋਗਹਿ। ਤੇ ਫਿਰ ਇੱਥੇ ਰਹਿਣਗੇ, ਲੰਬੇਰਾ ਸਮਾਂ ਆਪਣੇ ਪਾਪਾਂ ਨੂੰ ਭੋਗਣਗੇ। ਫਿਰ ਗੁਰੂ ਕੀ ਰਹਿਮਤ ਹੋ ਜਾਏਗੀ ਤਾਂ ਬਣਹਿ ਪੁਨ ਨਰ ਬਣੈ, ਫਿਰ ਮਨੁੱਖਾ ਦੇਹੀ ਪ੍ਰਾਪਤ ਕਰਨਗੇ। ਪੁਨ ਭਗਤੀ ਕੋ ਪ੍ਰਾਪਤ ਸੋਏ। ਤੇ ਫਿਰ ਉਹਨਾਂ ਨੂੰ ਭਗਤੀ ਪ੍ਰਾਪਤ ਹੋਏਗੀ, ਭਾਵ ਸਮਝ ਆ ਜਾਏਗੀ ਜ਼ਿੰਦਗੀ ਦੀ। ਇੱਕ ਵਾਰ ਕੀਤੇ ਹੋਏ ਕੁਕਰਮਾਂ ਦਾ ਫਲ ਜ਼ਰੂਰ ਭੋਗਣਗੇ, ਉਸ ਤੋਂ ਬਾਅਦ ਮਨੁੱਖਾ ਦੇਹੀ ਮਿਲੇਗੀ, ਫਿਰ ਸਮਝ ਆ ਜਾਏਗੀ, ਫਿਰ ਭਗਤੀ ਕਰਨਗੇ। ਛੁਟ ਹੈ 84 ਗੋਨ ਨਾ ਹੋਏ। ਉਹ 84 ਤੋਂ ਫਿਰ ਜਾ ਕਰਕੇ ਛੁੱਟਣਗੇ, ਫਿਰ ਗਾਉਣ ਨਾ ਹੋਏ, 84 ਦੇ ਗੇੜ ਵਿੱਚ ਨਹੀਂ ਪੈਣਗੇ। ਸੁਨ ਸਭ ਸਿੱਖਣ ਸੀਸੋ ਨਿਵਾਇਓ। ਇਹ ਸੁਣ ਕਰਕੇ ਸਾਰੇ ਸਿੱਖਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਬਾਰਕ ਚਰਨਾਂ ਵਿੱਚ ਸੀਸ ਨਿਵਾਇਆ। ਧੰਨ ਗੁਰੂ ਤੀਰਥ ਪ੍ਰਗਟਾਇਓ। ਕਿ ਐ ਸਤਿਗੁਰੂ ਜੀ ਤੁਸੀਂ ਧੰਨ ਹੋ, ਮਹਾਰਾਜ ਧੰਨ ਹੋ, ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਇਹ ਮਹਾਨ ਤੀਰਥ ਜਿਹੜਾ ਹੈ ਸੋ ਪ੍ਰਗਟ ਕੀਤਾ। ਸਭ ਨੇ ਕਿ ਇੱਥੇ ਬਹਿ ਕੇ ਜਪੋਗੇ ਉਧਾਰ ਹੋਏਗਾ। ਸੋ ਆਓ, ਕੁਝ ਸਮਾਂ ਬਾਕੀ ਹੈ, ਜਿਤਨੇ ਵੀ ਦੁਨੀਆ ਦੇ ਕੋਨੇ-ਕੋਨੇ ਵਿੱਚ ਬਹਿ ਕੇ ਸਰਵਣ ਕਰ ਰਹੇ ਹੋ, ਸੋ ਆਓ 1-2 ਮਿੰਟ ਜਪੀਏ। ਸਾਹਿਬ ਦਾ ਹੁਕਮ ਵੀ ਹੈ। ਸੋ ਇਸ ਵੇਲੇ ਜੋ ਸੰਸਾਰ ਤੇ ਪ੍ਰਕੋਪ ਚੱਲ ਰਿਹਾ, ਸਭਨਾਂ ਦੇ ਭਲੇ ਹਿੱਤ ਅਕਾਲ ਪੁਰਖ ਦੇ ਦਰ ਤੇ ਤਰਲਾ ਲੈਂਦਿਆਂ ਹੋਇਆ ਆਓ ਜੁੜ ਕਰਕੇ ਚੌਂਕੜੇ ਮਾਰ ਕੇ ਆਖੋ ਜੀ, ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਹਰ ਹਰ ਪੁਨ ਭਗਤੀ ਕੋ ਪ੍ਰਾਪਤ ਸੋਏ ਛੁਟਹਿ 84 ਗੁਣ ਨਾ ਹੋਏ ਸੁਨ ਸਭ ਸਿੱਖਣ ਸੀਸ ਨਿਵਾਇਓ ਧੰਨ ਗੁਰੂ ਤੀਰਥ ਪ੍ਰਗਟਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।